ਹੈਲੋ ਫਰੈਂਡਸ, ਵੈਲਕਮ ਟੂ ਸਟੱਡੀ ਆਈ ਕਿਊ ਦੇ ਇਸ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ। ਅੱਜ ਦੀ ਵੀਡੀਓ 'ਚ ਆਪਾਂ ਕਰਨ ਜਾ ਰਹੇ ਹਾਂ ਮਈ ਤੇ ਜੂਨ ਦੇ ਕਰੰਟ ਅਫੇਅਰਸ, ਜਿਹੜੇ ਆਉਣ ਵਾਲੇ ਪੰਜਾਬ ਦੇ ਪੇਪਰ ਨੇ। ਜਿਵੇਂ ਕਿ ਕੈਪਟਨ ਸਾਹਿਬ ਨੇ ਅਨਾਊਂਸ ਕੀਤਾ ਕਿ 50,000 ਤੋਂ ਜ਼ਿਆਦਾ ਵੈਕੈਂਸੀਜ਼ ਜਿਹੜੀਆਂ ਉਹ ਕੱਢਣੀਆਂ ਹੈ, ਕਿਉਂਕਿ ਇਲੈਕਸ਼ਨ ਵੀ ਨੇ 2022 ਦੇ ਵਿੱਚ। ਤਾਂ ਇਹ ਮੋਸਟ ਪ੍ਰੋਬਬਲੀ ਚਾਂਸ ਨੇ ਸਭ ਲਈ ਇੱਕ ਗੋਲਡਨ ਓਪਰਚੁਨਿਟੀ ਹੈ ਕਿ ਪੰਜਾਬ ਗੌਰਮੈਂਟ ਚੇਂਜ ਹੋਣ ਵਾਲੀ ਹੈ ਜਾਂ ਉਹੀ ਆਏਗੀ, ਉਹ ਤਾਂ ਆਪਾਂ ਨੂੰ ਪਤਾ ਨਹੀਂ। ਲੇਕਿਨ ਫਿਰ ਵੀ ਜਾਂਦੇ ਜਾਂਦੇ ਜਿਹੜੀਆਂ ਪੋਸਟਾਂ ਉਹ ਭਰਨੀਆਂ ਉਹਨਾਂ ਨੇ, ਤਾਂ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਾਰੇ ਕਰੰਟ ਅਫੇਅਰ ਜਿਹੜੇ ਆ ਉਹ ਸਟਾਰਟ ਕਰੋ। ਸਾਡਾ ਇਨੀਸ਼ੀਏਟਿਵ ਜਿਹੜਾ ਚੱਲ ਰਿਹਾ ਆਲਰੇਡੀ 1 ਸਾਲ ਦੇ ਕਰੰਟ ਅਫੇਅਰਸ ਨੂੰ ਕੰਪਲੀਟ ਕਰਨ ਲਈ, ਕਿ ਜਿਹੜਾ ਸਟਾਰਟ ਹੋਇਆ ਜਨਵਰੀ ਤੋਂ। ਤੁਸੀਂ ਦੇਖ ਸਕਦੇ ਹੋ ਕਿ ਜਨਵਰੀ, ਫੈਬਰਵਰੀ, ਮਾਰਚ ਤੇ ਅਪ੍ਰੈਲ ਦੀਆਂ ਵੀਡੀਓਜ਼ ਪੈ ਚੁੱਕੀਆਂ ਨੇ। ਅੱਜ ਆਪਾਂ ਮਈ ਜੂਨ ਦੇ ਕਰੰਟ ਅਫੇਅਰਸ ਕਰਾਂਗੇ। ਤੇ ਇਹ ਤੁਹਾਡੇ ਜਿੰਨੇ ਵੀ ਐਗਜ਼ਾਮਸ ਹੋਣਗੇ, ਖਾਸ ਕਰਕੇ PCS ਜਿਹੜਾ ਰੀਨੋਟੀਫਾਈ ਹੋਏਗਾ ਦੁਬਾਰਾ ਤੋਂ, ਤੇ ਉਹਦੇ ਵਿੱਚ ਜਿਹੜਾ ਤੁਹਾਨੂੰ ਕੰਮ ਆਉਣਗੇ ਇਹ। ਤੇ ਹੋਰ ਵੀ ਜਿਹੜੀਆਂ ਪੰਜਾਬ ਪੁਲਿਸ ਦੀਆਂ ਜਾਂ PPSC ਦੀਆਂ ਜਿਹੜੀਆਂ ਵੀ ਵੈਕੈਂਸੀਜ਼ ਨੇ, ਸਭ ਲਈ ਤੁਹਾਨੂੰ ਇਹ ਕਰੰਟ ਅਫੇਅਰ ਬਹੁਤ ਕੰਮ ਆਉਣਗੇ। ਮਾਈ ਸੈਲਫ ਆਸ਼ੂ ਬਾਂਸਲ, ਤੇ ਜਿਹੜੇ ਪੰਜਾਬੀ ਦੇ ਸਟੂਡੈਂਟਸ ਨੇ ਉਹਨਾਂ ਲਈ ਇੱਕ ਖਾਸ ਸਹੂਲਤ ਹੈ ਕਰੰਟ ਅਫੇਅਰਸ ਦੇ ਵਿੱਚ, ਕਿ ਜਿੰਨੇ ਵੀ ਪੰਜਾਬ ਦੇ ਕਰੰਟ ਅਫੇਅਰਸ ਨੇ, ਇੱਕ ਤਾਂ ਪੰਜਾਬੀ ਲੈਂਗੁਏਜ ਤੁਹਾਨੂੰ ਬੋਲ ਕੇ ਦੱਸੇ ਜਾਣਗੇ। ਸੈਕਿੰਡ ਥਿੰਗ ਕੀ ਹੈ ਉਹਦੇ ਵਿੱਚ, ਕਿ ਜਿਹੜੇ ਕੁਐਸਚਨਸ ਹੋਣਗੇ ਉਹ ਇੰਗਲਿਸ਼ ਦੇ ਨਾਲ ਨਾਲ ਕਿਹੜੀ ਲੈਂਗੁਏਜ 'ਚ ਹੋਣਗੇ, ਪੰਜਾਬੀ ਲੈਂਗੁਏਜ 'ਚ ਵੀ ਹੋਣਗੇ। ਬਟ ਜਿਹੜੇ ਆਪਸ਼ਨਸ ਹੋਣਗੇ ਉਹ ਕੇਵਲ ਕਿਹੜੀ ਲੈਂਗੁਏਜ 'ਚ ਮਿਲਣਗੇ, ਤੁਹਾਨੂੰ ਇੰਗਲਿਸ਼ ਮਿਲਣਗੇ। ਕਿਉਂਕਿ ਆਪਸ਼ਨ ਨੂੰ ਮੇਰੇ ਖਿਆਲ 'ਚ ਸਮਝਣ 'ਚ ਕੋਈ ਪ੍ਰੋਬਲਮ ਨਹੀਂ ਆਏਗੀ, ਲੇਕਿਨ ਮੇਰੀ ਬੋਲਣ ਦੀ ਜਿਹੜੀ ਲੈਂਗੁਏਜ ਰਹੇਗੀ ਉਹ ਪੰਜਾਬੀ ਰਹੇਗੀ, ਜਿਵੇਂ ਕਿ ਤੁਸੀਂ ਪਿਛਲੇ ਕਰੰਟ ਅਫੇਅਰ ਦੇਖੇ ਨੇ। ਜੇ ਤੁਸੀਂ ਇਹ ਪਹਿਲੀ ਵਾਰ ਦੇਖ ਰਹੇ ਹੋ ਕਰੰਟ ਅਫੇਅਰ ਪੰਜਾਬ ਦੇ, ਤਾਂ ਮੇਰੀ ਰਿਕੁਐਸਟ ਹੈ ਕਿ ਤੁਸੀਂ ਪੁਰਾਣੇ ਕਰੰਟ ਅਫੇਅਰਸ, ਮਤਲਬ ਜਨਵਰੀ, ਫਰਵਰੀ, ਮਾਰਚ ਤੇ ਅਪ੍ਰੈਲ ਦੇ ਕਰੰਟ ਅਫੇਅਰ ਜ਼ਰੂਰ ਦੇਖੋ। ਅਸੀਂ 1 ਸਾਲ ਦਾ ਇਨੀਸ਼ੀਏਟਿਵ ਲੈ ਕੇ ਚੱਲੇ ਹਾਂ, ਸਾਰੇ ਕਰੰਟ ਅਫੇਅਰ ਸਾਰੀ ਸਟੇਟਸ ਦੇ ਅਸੀਂ ਕੰਪਲੀਟ ਕਰਵਾਵਾਂਗੇ। ਤਾਂ ਸਟਾਰਟ ਕਰਦੇ ਹਾਂ ਆਪਾਂ ਕਰੰਟ ਅਫੇਅਰਸ। ਇਹ ਰਿਹਾ ਆਪਣਾ ਪਹਿਲਾ ਕੁਐਸਚਨ। ਇੰਡੀਅਨ ਆਇਲ ਵਿਲ ਬੀ ਸੈਟ ਅਪ ਕੰਪਰੈਸਡ ਬਾਇਓਗੈਸ ਪਲਾਂਟ ਇਨ ਵਿਚ ਡਿਸਟ੍ਰਿਕਟ। ਇੰਡੀਅਨ ਆਇਲ ਕਿਸ ਜ਼ਿਲ੍ਹੇ ਵਿੱਚ ਕੰਪਰੈਸਡ ਬਾਇਓਗੈਸ ਪਲਾਂਟ ਸਥਾਪਿਤ ਕਰੇਗਾ? ਤੁਸੀਂ ਇਹ ਬਿਲਡਿੰਗ ਦੇਖ ਰਹੇ ਹੋ, ਐਗਜ਼ੈਕਟ ਬਿਲਡਿੰਗ ਹੈ ਜਿੱਥੇ ਬਾਇਓਗੈਸ ਪਲਾਂਟ ਲੱਗਣਾ। ਤਾਂ ਪ੍ਰੋਬਲਮ ਕੀ ਹੈ ਕਿ ਜਿਹੜੀਆਂ ਸ਼ੂਗਰ ਮਿਲਸ ਨੇ ਉਹ ਬੰਦ ਹੋਣ ਦੀਆਂ ਕਗਾਰ 'ਤੇ ਨੇ। ਤਾਂ ਪੰਜਾਬ ਗੌਰਮੈਂਟ ਨੇ ਸੋਚਿਆ ਕਿ ਜਿਹੜੀ ਸ਼ੂਗਰ ਮਿਲ ਦੀ ਜਗ੍ਹਾ ਹੈ, ਕਿਉਂ ਨਾ ਉੱਥੇ ਆਪਾਂ ਬਾਇਓਗੈਸ ਪਲਾਂਟ ਲਗਾ ਲਈਏ, ਕਿ ਉਹ ਜਿਹੜਾ ਮਟੀਰੀਅਲ ਹੈ ਉਹ ਵੇਸਟ ਨਾ ਕਰੀਏ। ਇਹਦੇ ਵਿੱਚ ਬਹੁਤ ਜ਼ਿਆਦਾ ਸਹੂਲਤਾਂ ਪੰਜਾਬ ਗੌਰਮੈਂਟ ਵੱਲੋਂ ਦਿੱਤੀਆਂ ਜਾਣਗੀਆਂ, ਲੇਕਿਨ ਇਹ ਕਿੱਥੇ ਖੋਲ੍ਹਿਆ ਜਾਏਗਾ? ਪਟਿਆਲਾ ਦੇ ਵਿੱਚ ਖੋਲ੍ਹਿਆ ਜਾਏਗਾ। ਪਟਿਆਲਾ ਦੇ ਵਿੱਚ ਇੰਡੀਅਨ ਆਇਲ ਵੱਲੋਂ ਇੱਕ ਬਾਇਓਗੈਸ ਪਲਾਂਟ ਜਿਹੜਾ ਉਹ ਲਗਾਇਆ ਜਾਏਗਾ। ਪਟਿਆਲਾ ਦੇ ਵਿੱਚ ਵੀ ਕਿੱਥੇ ਲਗਾਇਆ ਜਾਏਗਾ? ਰਖੜਾ ਵਿਲੇਜ 'ਚ, ਰਖੜਾ ਸ਼ੂਗਰ ਮਿਲ ਦੇ ਵਿੱਚ ਲਗਾਇਆ ਜਾਏਗਾ। ਜੇ ਤੁਸੀਂ ਦੇਖੋਗੇ ਤਾਂ ਐਸਟੈਬਲਿਸ਼ਮੈਂਟ ਆਫ ਏ ਕੰਪਰੈਸਡ ਬਾਇਓਗੈਸ ਵਰਥ ₹180 ਕਰੋੜ ਐਟ ਰਖੜਾ ਸ਼ੂਗਰ ਮਿਲ, ਜਿਹੜਾ ਕਿ ਰਖੜਾ ਵਿਲੇਜ ਪਟਿਆਲਾ ਜ਼ਿਲ੍ਹੇ ਦੇ ਵਿੱਚ ਆਉਂਦਾ ਹੈ। ਇਟ ਇਜ਼ ਟੂ ਰਿਵਾਈਵ ਦੀ ਕਲੋਜ਼ ਸ਼ੂਗਰ ਮਿਲਸ ਆਫ ਪੰਜਾਬ ਟੂ ਮੇਕ ਯੂਜ਼ ਆਫ ਦੈਮ, ਤਾਂ ਕਿ ਆਪਾਂ ਉਹਨਾਂ ਨੂੰ ਜਿਹੜੀ ਬਿਲਡਿੰਗ ਹੈ, ਇਨਫਰਾਸਟ੍ਰਕਚਰ, ਉਹਦਾ ਯੂਜ਼ ਕਰ ਸਕੀਏ, ਉਹਨਾਂ ਨੂੰ ਖਰਾਬ ਨਾ ਕਰੀਏ। ਉਹਦੇ ਨਾਲ ਕੀ ਹੋਏਗਾ? ਇੱਕ ਤਾਂ ਆਪਾਂ ਨੂੰ ਕੀ ਹੋਏਗਾ, ਪ੍ਰੋਬਲਮ ਜਿਹੜੀ ਸੋਲਵ ਹੋਏਗੀ, ਜਿਹੜੀ ਪੈਡੀ ਦੀ ਸਟਬਲ ਬਰਨਿੰਗ ਹੈ, ਮਤਲਬ ਆਪਾਂ ਕਹਿ ਸਕਦੇ ਜਿਹੜੀ ਆਪਾਂ ਅੱਗ ਲਗਾ ਦਿੰਦੇ ਹਾਂ ਬਾਅਦ ਦੇ ਵਿੱਚ, ਤਾਂ ਉਹਦਾ ਯੂਜ਼ ਕੀਤਾ ਜਾ ਸਕਦਾ ਬਾਇਓਗੈਸ ਪਲਾਂਟ ਦੇ ਵਿੱਚ, ਤਾਂ ਉਹਨੂੰ ਅੱਗ ਲਗਾਉਣ ਦੀ ਲੋੜ ਨਹੀਂ ਹੈਗੀ। ਦੂਸਰਾ, ਜਿਹੜੀ ਇੰਪਲੋਇਮੈਂਟ ਹੈ ਉਹ ਵੀ ਜਿਹੜੀ ਹੈ ਕੀ ਹੋਏਗੀ, ਉਹਨੂੰ ਜਨਰੇਟ ਹੋਏਗੀ। ਤਾਂ ਇਹ ਅਨਾਊਂਸਮੈਂਟ ਕਿਹਨੇ ਕੀ? ਆਪਣੇ ਜਿਹੜੇ ਕੋਆਪਰੇਸ਼ਨ ਮਿਨਿਸਟਰ ਨੇ ਪੰਜਾਬ ਦੇ, ਸੁਖਜਿੰਦਰ ਸਿੰਘ ਰੰਧਾਵਾ ਜੀ। ਤਾਂ ਤੁਸੀਂ ਨਾਮ ਯਾਦ ਰੱਖ ਲੈਣਾ, ਬਹੁਤ ਇੰਪੋਰਟੈਂਟ ਨੇ। ਤੁਹਾਨੂੰ ਕੋਈ ਨਾ ਕੋਈ ਐਗਜ਼ਾਮ ਦੇ ਵਿੱਚ ਜਿਹੜੀ ਉਹ ਮਿਨਿਸਟਰੀ ਦੇ ਰਿਲੇਟਡ ਕੁਝ ਪੁੱਛ ਲੈਣਗੇ। ਮੈਂ ਮਿਨਿਸਟਰੀ ਦੀ ਇੱਕ ਅਲੱਗ ਤੋਂ ਵੀ ਵੀਡੀਓ ਬਣਾ ਦੂੰਗਾ ਕਿ ਕਿਹੜਾ ਮਿਨਿਸਟਰ, ਕਿਹੜਾ ਡਿਪਾਰਟਮੈਂਟ ਕਿਹੜੇ ਮਿਨਿਸਟਰ ਕੋਲੇ, ਬਟ ਫਿਰ ਵੀ ਜਿਹੜਾ ਕਰੰਟ ਅਫੇਅਰ ਦੇ ਵਿੱਚ ਆ ਜਾਂਦਾ ਉਹ ਤੁਸੀਂ ਨਾਲ ਹੀ ਯਾਦ ਕਰ ਲਿਓ। ਸੁਖਜਿੰਦਰ ਸਿੰਘ ਰੰਧਾਵਾ ਜੀ ਕੋਆਪਰੇਸ਼ਨ ਮਿਨਿਸਟਰ ਨੇ। ਨੈਕਸਟ ਕੁਐਸਚਨ ਆਨੇ, ਕਰੋਨਾ ਵਾਇਰਸ ਹੈਜ਼ ਬੀਨ ਡਿਕਲੇਅਰਡ ਐਸ ਐਪੀਡੈਮਿਕ ਇਨ ਦ ਸਟੇਟ ਅੰਡਰ ਵਿਚ ਐਕਟ? ਕਿਹੜੇ ਐਕਟ ਦੇ ਅੰਦਰ ਇਹਨੂੰ ਐਪੀਡੈਮਿਕ ਜਿਹੜਾ ਉਹ ਕਿਹਾ ਗਿਆ? ਮਤਲਬ ਸਿੰਪਲ ਹੈ ਕਿ ਇਹਨੂੰ ਮਹਾਮਾਰੀ ਦੀ ਘੋਸ਼ਣਾ ਜਿਹੜੀ ਕਰ ਦਿੱਤੀ ਗਈ, ਉਹ ਐਕਟ ਕਿਹੜਾ ਹੈ ਜਿਹਦੇ ਤਹਿਤ ਇਹ ਮਹਾਮਾਰੀ ਡਿਕਲੇਅਰ ਕੀਤੀ ਗਈ? ਤਾਂ ਤੁਸੀਂ ਦੇਖ ਸਕਦੇ ਹੋ ਇਹ ਖਾਸ ਕਰਕੇ ਕੁਐਸਚਨ ਜਿਹੜਾ ਆਪਾਂ ਕੀਤਾ ਹੈ, ਇਹ ਪੰਜਾਬ PCS ਲਈ ਹੈ। ਮਤਲਬ ਪੰਜਾਬ PCS ਲਈ ਇਹੋ ਜਿਹਾ ਕੁਐਸਚਨ ਜਿਹੜਾ ਪੁੱਛ ਸਕਦੇ ਨੇ ਉਹ ਵਿੱਚੋਂ ਦੀ ਕੱਢ ਕੇ, ਤਾਂ ਬੱਚੇ ਕਨਫਿਊਜ਼ ਹੋ ਜਾਂਦੇ ਨੇ ਕਿ ਕਿਹੜਾ ਐਕਟ ਸੀ। ਕਾਫੀ ਬੱਚੇ ਸੋਚਦੇ ਨੇ ਡਿਜ਼ਾਸਟਰ ਮੈਨੇਜਮੈਂਟ ਐਕਟ ਹੋਏਗਾ 2005, ਬਟ ਇਹਦੇ ਵਿੱਚ ਐਸਾ ਕੁਝ ਨਹੀਂ ਲਿਖਿਆ ਹੋਇਆ ਕਿ ਕਿਹਨੂੰ ਐਪੀਡੈਮਿਕ ਕਹਿਣਾ, ਕਿਸ ਨੂੰ ਪੈਂਡੇਮਿਕ ਕਹਿਣਾ, ਐਸਾ ਕੁਝ ਨਹੀਂ ਹੈ। ਇਹ ਬੇਸਿਕਲੀ ਕਿਸ ਤਰ੍ਹਾਂ ਨੂੰ ਡਿਜ਼ਾਸਟਰ ਨੂੰ ਮੈਨੇਜ ਕਰਨਾ ਉਹਦੇ ਬਾਰੇ ਦੱਸਿਆ ਜਾਂਦਾ, ਕਿਸ ਤਰ੍ਹਾਂ ਉਹਨੂੰ ਕੰਟਰੋਲ ਕਰਨਾ, ਉਹਦੇ ਲਈ ਕੀ ਸੁਵਿਧਾਵਾਂ ਹੋਣੀਆਂ ਚਾਹੀਦੀਆਂ, ਉਹ ਦੱਸਿਆ ਹੋਇਆ ਡਿਜ਼ਾਸਟਰ ਮੈਨੇਜਮੈਂਟ ਲਈ। ਤਾਂ ਜਿਹੜਾ ਐਪੀਡੈਮਿਕ ਡਿਜ਼ੀਜ਼ਸ ਐਕਟ ਹੈ 1897, ਇਹ ਆਨਸਰ। ਤਾਂ ਆਨਸਰ ਕੀ ਹੋਏਗਾ? ਇਹ ਹੋਏਗਾ। ਕਾਫੀ ਬੱਚੇ ਸੋਚਦੇ ਕਿ ਸਰ ਇੰਨਾ ਪੁਰਾਣਾ ਤਾਂ ਹੋਣਾ ਨਹੀਂ 1897, ਲੇਕਿਨ ਤੁਹਾਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਬਿਮਾਰੀਆਂ ਉਸ ਟਾਈਮ 'ਤੇ ਵੀ ਹੁੰਦੀਆਂ ਸੀ। ਇਨਫਲੂਐਂਜ਼ਾ ਉਸ ਟਾਈਮ 'ਤੇ ਵੀ ਚੱਲਦਾ ਸੀ, ਮਹਾਮਾਰੀਆਂ ਉਸ ਟਾਈਮ 'ਤੇ ਵੀ ਹੁੰਦੀਆਂ ਸੀ। ਤਾਂ ਉਸ ਟਾਈਮ 'ਤੇ ਬ੍ਰਿਟਿਸ਼ ਗੌਰਮੈਂਟ ਡਿਕਲੇਅਰ ਕਰਦੀ ਸੀ। ਤਾਂ ਐਪੀਡੈਮਿਕ ਡਿਜ਼ੀਜ਼ ਐਕਟ 1897 ਦੇ ਅੰਤਰਗਤ ਇਹਨੂੰ ਐਪੀਡੈਮਿਕ ਜਿਹੜਾ ਉਹ ਡਿਕਲੇਅਰ ਕੀਤਾ ਗਿਆ। ਬਾਅਦ ਦੇ ਵਿੱਚ ਕੀ ਬਣ ਗਿਆ? ਪੈਂਡੇਮਿਕ ਬਣ ਗਿਆ ਨਾ। ਹੁਣ ਕਾਫੀ ਬੱਚਿਆਂ ਨੂੰ ਕਨਫਿਊਜ਼ਨ ਰਹਿੰਦੀ ਹੈ ਕਿ ਐਪੀਡੈਮਿਕ ਕੀ ਹੁੰਦਾ, ਪੈਂਡੇਮਿਕ ਕੀ ਹੁੰਦਾ। ਤਾਂ ਉਹਦੇ ਲਈ ਇੱਕ ਸਲਾਈਡ ਮੈਂ ਬਣਾਈ ਹੈ ਤਾਂ ਕਿ ਤੁਹਾਨੂੰ ਯਾਦ ਰਹੇ। ਜਿਹੜੀ ਐਪੀਡੈਮਿਕ ਹੁੰਦੀ ਹੈ, ਧਿਆਨ ਨਾਲ ਪੜ੍ਹੋ ਇਹਨੂੰ। ਐਨ ਐਪੀਡੈਮਿਕ ਇਜ਼ ਦ ਅਕਰੈਂਸ ਇਨ ਏ ਕਮਿਊਨਿਟੀ ਔਰ ਰਿਲੀਜਨ ਆਫ ਕੇਸਿਸ ਆਫ ਐਨ ਇਲਨੈਸ, ਸਪੈਸੀਫਿਕ ਹੈਲਥ ਰਿਲੇਟਡ ਬਿਹੇਵੀਅਰ ਔਰ ਅਦਰ ਹੈਲਥ ਰਿਲੇਟਡ ਇਵੈਂਟਸ ਕਲੀਅਰਲੀ ਇਨ ਐਕਸੈਸ ਆਫ ਨਾਰਮਲ ਐਕਸਪੈਕਟੈਂਸੀ।
ਮਤਲਬ ਕੀ ਹੋ ਗਿਆ ਕਿ ਇੱਕ ਕਮਿਊਨਿਟੀ ਦੇ ਵਿੱਚ ਜਾਂ ਇੱਕ ਰਿਲੀਜਨ ਦੇ ਲੋਕ ਜਾਂ ਇੱਕ ਏਰੀਆ ਦੇ ਵਿੱਚ ਜੇ ਲੋਕ ਕਿਸੇ ਖਾਸ ਬਿਮਾਰੀ ਤੋਂ ਪੀੜਿਤ ਹੁੰਦੇ ਨੇ ਤਾਂ ਉਹਨੂੰ ਆਪਾਂ ਕੀ ਕਹਿੰਦੇ ਆ ਐਪੀਡੈਮਿਕ। ਲੇਕਿਨ ਸਿਰਫ ਇੱਕ ਹੀ ਕਮਿਊਨਿਟੀ ਦੇ ਲੋਕ ਜਾਂ ਇੱਕ ਹੀ ਰਿਲੀਜਨ ਦੇ ਲੋਕ ਜਿਹੜੇ ਆ ਉਹਦੇ ਵਿੱਚ ਪ੍ਰਭਾਵਿਤ ਹੁੰਦੇ ਆ। ਦ ਕਮਿਊਨਿਟੀ ਔਰ ਰੀਜਨ the community or region that the period in which the causes occur are specified precisely। मतलब ਚਾਹੇ ਉਹ ਇੱਕ ਰਿਲੀਜਨ ਦੇ ਲੋਕ ਨੇ, ਚਾਹੇ ਉਹ ਇੱਕ ਰੀਜਨ ਦੇ ਲੋਕ ਨੇ, ਇੱਕ ਏਰੀਆ ਤੋਂ ਬਿਲੋਂਗ ਕਰਦੇ ਨੇ, ਚਾਹੇ ਇੱਕ ਕਮਿਊਨਿਟੀ ਤੋਂ ਬਿਲੋਂਗ ਕਰਦੇ ਨੇ, ਕਮਿਊਨਿਟੀ ਕਹਿ ਲਓ ਚਾਹੇ ਰਿਲੀਜਨ ਕਹਿ ਲਓ, ਇੱਕੋ ਗੱਲ ਹੈ। ਤਾਂ ਕੀ ਹੋ ਗਿਆ ਕਿ ਜਿਹੜੇ ਵੀ ਇਸ ਸਪੈਸੀਫਿਕ ਏਰੀਆ ਨੂੰ ਬਿਲੋਂਗ ਕਰਦੇ ਨੇ, ਜੇ ਸਿਰਫ ਉਹਨਾਂ ਨੂੰ ਹੀ ਇਹ ਬਿਮਾਰੀ ਹੁੰਦੀ ਹੈ ਕੋਈ ਖਾਸ ਤਰ੍ਹਾਂ ਦੀ, ਤਾਂ ਉਹਨੂੰ ਆਪਾਂ ਕੀ ਕਹਿੰਦੇ ਹਾਂ ਐਪੀਡੈਮਿਕ। ਤਾਂ ਪਹਿਲਾਂ ਤਾਂ ਇਹੀ ਸੀ ਕਿ ਇਕੱਲੇ ਕੁਛ ਹੀ ਲੋਕਾਂ ਨੂੰ ਜਿਹੜਾ ਹੁੰਦਾ ਸੀ ਤਾਂ ਇੱਕ ਹੀ ਕਮਿਊਨਿਟੀ ਨੂੰ ਹੁੰਦਾ ਸੀ, ਲੇਕਿਨ ਪੈਂਡੇਮਿਕ ਡਿਕਲੇਅਰ ਕਰਤਾ ਬਾਅਦ ਦੇ ਵਿੱਚ WHO ਨੇ, ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਹਨੂੰ ਪੈਂਡੇਮਿਕ ਕਹਿਤਾ ਕਿਉਂਕਿ ਇਹ ਵਰਲਡ ਵਾਈਡ ਸਪਰੈਡ ਹੋ ਗਿਆ। ਜਿਹੜੀ ਚੀਜ਼ ਵਰਲਡ ਵਾਈਡ ਸਪਰੈਡ ਹੋ ਜਾਏ ਉਹਨੂੰ ਆਪਾਂ ਕੀ ਕਹਿੰਦੇ ਹਾਂ ਪੈਂਡੇਮਿਕ। ਤਾਂ ਇਹ ਤੁਸੀਂ ਯਾਦ ਰੱਖਿਓ, ਖਾਸ ਕਰਕੇ ਮੈਂ ਪਹਿਲਾਂ ਹੀ ਦੱਸ ਚੁੱਕਿਆ PCS ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਐਪੀਡੈਮਿਕ ਕੀ ਹੈ, ਪੈਂਡੇਮਿਕ ਕੀ ਹੈ, ਖਾਸ ਕਰਕੇ ਮੇਨਸ ਲਈ, ਹੈ ਨਾ। ਜਿਹੜੇ ਬੱਚੇ ਮੇਨਸ ਦੀ ਤਿਆਰੀ ਕਰ ਰਹੇ ਉਹਨਾਂ ਨੂੰ ਬਹੁਤ ਜ਼ਿਆਦਾ ਇਹਦੀ ਹੈਲਪ ਮਿਲੇਗੀ ਕਿ ਐਪੀਡੈਮਿਕ ਤੇ ਪੈਂਡੇਮਿਕ ਦੇ ਵਿੱਚ ਕੀ ਫਰਕ ਹੈ। ਨੈਕਸਟ ਕੁਐਸਚਨ ਆਨੇ, what is the name of the application which is recently launched to sanitize people about precautions from novel coronavirus? ਐਪਲੀਕੇਸ਼ਨ ਦਾ ਨਾਂ ਕੀ ਹੈ ਜੋ ਕਿ ਹਾਲ ਹੀ ਵਿੱਚ ਲੋਕਾਂ ਨੂੰ ਨੋਵਲ ਕਰੋਨਾ ਵਾਇਰਸ ਤੋਂ ਸਾਵਧਾਨੀਆਂ ਪ੍ਰਤੀ ਜਾਗਰੂਕ ਕਰਨ ਲਈ ਸ਼ੁਰੂ ਕੀਤਾ ਗਿਆ। ਤੇ ਸਾਰਿਆਂ ਨੂੰ ਪਤਾ, ਮੇਰੇ ਖਿਆਲ ਪੰਜਾਬ ਦੇ ਵਿੱਚ ਸਾਰਿਆਂ ਨੇ ਇਹ ਐਪ ਨੂੰ ਯੂਜ਼ ਕੀਤਾ ਹੋਏਗਾ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਲੋਕਡਾਊਨ ਵੱਧ ਗਿਆ ਸੀ ਜਾਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ ਔਖਾ ਹੋ ਗਿਆ ਸੀ, ਈਵਨ ਇੰਟਰ ਡਿਸਟ੍ਰਿਕਟ ਜਾਣਾ ਵੀ ਮੁਸ਼ਕਿਲ ਹੋ ਗਿਆ ਸੀ, ਤਾਂ ਉਹਦੇ ਵਿੱਚ ਪ੍ਰੋਬਲਮ ਕੀ ਸੀ ਕਿ ਆਪਾਂ ਨੂੰ ਪਾਸ ਇਸ਼ੂ ਕਰਵਾਉਣਾ ਪੈਂਦਾ ਸੀ, ਉਹ ਵੀ ਤੁਸੀਂ ਇਹੀ ਐਪ ਤੋਂ ਇਸ਼ੂ ਕਰਵਾਉਂਦੇ ਸੀ। ਤਾਂ ਆਨਸਰ ਕੀ ਹੈ ਇਹਦਾ? ਕੋਵਾ ਐਪ। ਹੁਣ ਤੁਹਾਨੂੰ ਥੋੜਾ ਜਿਹਾ ਕੁਐਸਚਨ ਕਨਫਿਊਜ਼ ਹੋ ਕੇ ਆ ਸਕਦਾ ਕਿ ਕੋਵਾ ਦਾ ਮਤਲਬ ਦੱਸ ਦਿਓ ਕੀ ਹੁੰਦਾ, ਤਾਂ ਤੁਸੀਂ ਦੇਖ ਲਓ ਕੋਵਾ ਦਾ ਮਤਲਬ ਕੀ ਹੁੰਦਾ। ਕੋਵਾ ਸਟੈਂਡਸ ਫॉर ਕਰੋਨਾ ਵਾਇਰਸ ਅਲਰਟ। ਕੋਵਾ ਕਰੋਨਾ ਵਾਇਰਸ ਅਲਰਟ। Application provides option to citizens to check out for symptom as was provided by the government from time to time। ਗੌਰਮੈਂਟ ਜਿਹੜੇ ਤੁਹਾਨੂੰ ਦੱਸਿਆ ਕਿਉਂਕਿ ਉਦੋਂ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਐਕਚੁਅਲ ਦੇ ਵਿੱਚ ਇਹਦੇ ਸਿੰਪਟਮਸ ਕੀ ਹੈ। ਈਵਨ ਅੱਜ ਵੀ ਨਹੀਂ ਆਪਾਂ ਨੂੰ ਪਤਾ ਕਿ ਇਹਦੇ ਸਿੰਪਟਮਸ ਕੀ ਹੈ। ਕਿਸੇ ਨੂੰ ਕੋਈ ਸਿੰਪਟਮ ਆਉਂਦਾ, ਕਿਸੇ ਨੂੰ ਕੋਈ ਆਉਂਦਾ, ਕਿਸੇ ਨੂੰ ਸਾਹ ਲੈਣ 'ਚ ਦਿੱਕਤ ਆਉਂਦੀ ਹੈ, ਕਿਸੇ ਨੂੰ ਸਵਾਦ ਨਹੀਂ ਆਉਂਦਾ ਕਿਸੇ ਚੀਜ਼ ਦਾ, ਤਾਂ ਸਭ ਦੇ ਅਲੱਗ-ਅਲੱਗ ਸਿੰਪਟਮ ਨੇ। ਤਾਂ ਇਸੇ ਕਰਕੇ ਜਿਹੜਾ ਉਹ ਬੇਸਿਕਲੀ ਮੰਨਿਆ ਜਾ ਸਕਦਾ ਕਿ ਪੰਜਾਬ ਗੌਰਮੈਂਟ ਦੱਸਦੀ ਸੀ, ਇਹ ਐਪ ਦੇ ਥਰੂ ਨੋਟੀਫਿਕੇਸ਼ਨ ਦਿੰਦੀ ਸੀ, ਤਾਂ ਟਾਈਮ ਟੂ ਟਾਈਮ ਤੁਹਾਨੂੰ ਪਤਾ ਲੱਗ ਸਕਦਾ ਸੀ। ਇਹ ਐਪ ਇਹ ਵੀ ਦੱਸਦੀ ਹੈ ਕਿ ਤੁਹਾਡੇ ਤੋਂ ਸਭ ਤੋਂ ਨੇੜਾ ਹਸਪੀਟਲ ਕਿਹੜਾ। ਈਵਨ ਇਹ ਵੀ ਇਹਦੇ ਵਿੱਚ ਅਪਡੇਟ ਕਰਤਾ ਸੀ ਕਿ ਸਭ ਤੋਂ ਨੇੜੇ ਤੁਹਾਡਾ ਕਿਹੜਾ ਵਿਅਕਤੀ ਜਿਹੜਾ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਹੈ, ਤਾਂ ਕਿ ਤੁਸੀਂ ਕੰਟੈਕਟ ਦੇ ਵਿੱਚ ਨਾ ਆ ਸਕੋ। ਤਾਂ ਇਹ ਸਾਰਾ ਕੁਝ, ਈਵਨ ਪਾਸਿਸ ਹੋ ਗਏ, ਹਸਪੀਟਲ ਹੋ ਗਏ, ਬੈੱਡਸ ਹੋ ਗਏ, ਸਾਰਾ ਕੁਝ ਇਹ ਐਪ ਦੇ ਵਿੱਚ ਜਿਹੜਾ ਅਪਗ੍ਰੇਡਡ ਸੀ। ਤਾਂ ਤੁਸੀਂ ਦੇਖ ਸਕਦੇ ਹੋ ਕੈਪਟਨ ਅਮਰਿੰਦਰ ਸਿੰਘ ਜੀ ਹੱਥ ਜੋੜ ਕੇ ਕਹਿ ਰਹੇ ਨੇ ਕਿ ਤੁਸੀਂ ਇਹ ਐਪ ਦਾ ਯੂਜ਼ ਕਰੋ। ਚਲੋ ਨੈਕਸਟ ਕੁਐਸਚਨ ਤੇ ਆਉਂਦੇ ਹਾਂ। Who is the first Punjabi woman boxer to qualify for the Olympic Games? ਪੰਜਾਬੀ ਵੂਮਨ ਬਾਕਸਰ ਜਿਹੜੀ ਓਲੰਪਿਕ ਗੇਮਸ ਲਈ ਕੁਆਲੀਫਾਈ ਕੀਤੀ ਹੈ, ਜਿਹੜੇ ਕਿ 2020 ਦੇ ਵਿੱਚ ਟੋਕੀਓ ਦੇ ਵਿੱਚ ਹੋਣੀਆਂ ਸੀ ਓਲੰਪਿਕਸ ਗੇਮ, ਬਟ ਹੁਣ ਉਹ 2021 ਦੇ ਵਿੱਚ ਹੋਣਗੀਆਂ ਕਿਉਂਕਿ ਤੁਹਾਨੂੰ ਪਤਾ ਕਰੋਨਾ ਵਾਇਰਸ ਕਰਕੇ ਉਹ ਅਗਲੇ ਸਾਲ ਦੇ ਉੱਤੇ ਪਾਤੀਆਂ, ਤਾਂ 2021 ਦੇ ਵਿੱਚ ਉਹ ਹੁਣ ਹੋਣਗੀਆਂ। ਤਾਂ ਕਿਹੜੀ ਮਹਿਲਾ ਹੈ ਜਿਹੜੀ ਪੰਜਾਬੀ ਮੁੱਕੇਬਾਜ਼ ਦੇ ਤੌਰ ਤੇ ਜਿਹੜੀ ਓਲੰਪਿਕ ਖੇਡਾਂ ਨੂੰ ਕੁਆਲੀਫਾਈ ਕੀਤਾ? ਤੁਸੀਂ ਫੋਟੋ ਦੇਖ ਸਕਦੇ ਹੋ, ਨਾਲ ਕੈਪਟਨ ਅਮਰਿੰਦਰ ਸਿੰਘ ਖੜੇ ਨੇ, ਪ੍ਰਨੀਤ ਕੌਰ ਜੀ ਖੜੇ ਨੇ। ਤਾਂ ਇਹ ਕੌਣ ਹੈ? ਇਹਨਾਂ ਦਾ ਨਾਮ ਹੈ ਸਿਮਰਨਜੀਤ ਕੌਰ। ਤਾਂ ਤੁਸੀਂ ਯਾਦ ਰੱਖੋਗੇ ਕੁਐਸਚਨ ਨੂੰ, ਮੋਸਟ ਇੰਪੋਰਟੈਂਟ ਦੇ ਵਿੱਚ ਮਾਰਕ ਕਰ ਲਓ, ਆਨਸਰ ਕੀ ਹੋਏਗਾ? ਸਿਮਰਨਜੀਤ ਕੌਰ। ਤਾਂ ਤੁਸੀਂ ਦੇਖ ਸਕਦੇ ਹੋ ਰਾਣਾ ਗੁਰਮੀਤ ਸਿੰਘ ਸੋਢੀ ਟੂਡੇ ਹੈਂਡਡ ਓਵਰ ਅ ਚੈੱਕ ਆਫ ₹5 ਲੱਖ ਔਨ ਬਿਹਾਫ ਆਫ ਪੰਜਾਬ ਗੌਰਮੈਂਟ ਟੂ ਦੀ ਮਦਰ ਆਫ ਓਲੰਪਿਕ ਕੁਆਲੀਫਾਇਰ ਐਂਡ ਪੰਜਾਬ ਮੇਡਨ ਵੂਮਨ ਬਾਕਸਰ ਸਿਮਰਨਜੀਤ ਕੌਰ। ਤਾਂ ਤੁਸੀਂ ਯਾਦ ਰੱਖੋਗੇ ਕਿ ਉਹਨਾਂ ਦੀ ਤਿਆਰੀ ਦੇ ਵਿੱਚ ਕੋਈ ਦਿੱਕਤ ਨਾ ਆਏ, ਇਸੇ ਕਰਕੇ ₹5 ਲੱਖ ਜਿਹੜੇ ਸਟੇਟ ਗੌਰਮੈਂਟ ਵੱਲੋਂ ਉਹਨਾਂ ਨੂੰ ਦਿੱਤੇ ਗਏ। ਖਾਸ ਕਰਕੇ ਤੁਸੀਂ ਨਾਮ ਯਾਦ ਰੱਖਣਾ ਹੈ ਰਾਣਾ ਗੁਰਮੀਤ ਸਿੰਘ ਸੋਢੀ ਜੀ ਦਾ। The entire cost of Olympic preparation of ਸਿਮਰਨਜੀਤ ਕੌਰ would be borne by the state government। ਮਤਲਬ ਸਾਰਾ ਪੈਸਾ ਸਟੇਟ ਗੌਰਮੈਂਟ ਵੱਲੋਂ ਦਿੱਤਾ ਜਾਏਗਾ। ਕੋਈ ਮਸਾ ਤਾਂ ਕੁਆਲੀਫਾਈ ਕਰ ਰਿਹਾ, ਤਾਂ ਇਹਦੇ ਕਰਕੇ ਸਟੇਟ ਗੌਰਮੈਂਟ ਪੂਰਾ ਜ਼ੋਰ ਲਗਾ ਰਹੀ ਹੈ ਕਿ ਹਾਂ ਬਈ ਆਪਣੇ ਕੋਲ ਵੀ ਕੋਈ ਮੈਡਲ ਆਵੇ, ਪੰਜਾਬ ਦਾ ਵੀ ਨਾਂ ਰੋਸ਼ਨ ਹੋਏ। ਕਿੱਥੋਂ ਬਿਲੋਂਗ ਕਰਦੀ ਹੈ ਸਿਮਰਨਜੀਤ? ਸਿਮਰਨਜੀਤ ਬਿਲੋਂਗ ਕਰਦੀ ਹੈ ਡਿਸਟ੍ਰਿਕਟ ਲੁਧਿਆਣਾ ਤੋਂ। ਜਾਂ ਕਿਹੜਾ ਪਿੰਡ ਤੋਂ ਬਿਲੋਂਗ ਕਰਦੀ ਹੈ? ਚੱਕਰਵਿਲ ਪਿੰਡ ਤੋਂ ਬਿਲੋਂਗ ਕਰਦੀ ਹੈ। ਉਹਨੇ ਬ੍ਰੌਂਜ਼ ਮੈਡਲ ਵੀ ਪਹਿਲਾਂ ਜਿੱਤਿਆ ਹੋਇਆ ਜੂਨੀਅਰ ਵਰਲਡ ਚੈਂਪੀਅਨਸ਼ਿਪ 2013 ਦੇ ਵਿੱਚ, ਬ੍ਰੌਂਜ਼ ਮੈਡਲ ਸੀਨੀਅਰ ਵਰਲਡ ਚੈਂਪੀਅਨਸ਼ਿਪ 2018 ਵਿੱਚ, ਸਿਲਵਰ ਮੈਡਲ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ 'ਚ ਵੀ ਜਿੱਤਿਆ ਹੋਇਆ। ਬਟ ਇਹ ਕੋਈ ਜ਼ਿਆਦਾ ਯਾਦ ਰੱਖਣ ਵਾਲੀ ਗੱਲ ਨਹੀਂ, ਬਟ ਓਬਵੀਅਸਲੀ ਜੇ ਉਹਨਾਂ ਨੇ ਕੁਆਲੀਫਾਈ ਕੀਤਾ ਤਾਂ ਪਹਿਲਾਂ ਉਹਨਾਂ ਨੇ ਬਹੁਤ ਜ਼ਿਆਦਾ ਮੈਡਲ ਜਿੱਤੇ ਹੋਣਗੇ। ਤਾਂ ਤੁਸੀਂ ਨਾਮ ਜ਼ਰੂਰ ਯਾਦ ਰੱਖਣਾ, ਸਿਮਰਨਜੀਤ ਕੌਰ। ਨੈਕਸਟ ਆਨੇ, ਪੰਜਾਬ ਗੌਰਮੈਂਟ ਅਨਾਊਂਸ ਸਪੈਸ਼ਲ ਹੈਲਥ ਇੰਸ਼ੋਰੈਂਸ ਕਵਰ ਆਫ ਹਾਊ ਮਚ ਅਮਾਊਂਟ? ਕਿੰਨੇ ਅਮਾਊਂਟ ਦਾ ਹੈਲਥ ਇੰਸ਼ੋਰੈਂਸ ਕਵਰ ਜਿਹੜਾ ਪੰਜਾਬ ਗੌਰਮੈਂਟ ਅਨਾਊਂਸ ਕੀਤਾ, ਕਿੰਨਾ ਲਈ? ਫॉर ਦੀ ਪੁਲਿਸ ਪਰਸੋਨਲ, ਜਾਂ ਤਾਂ ਪੁਲਿਸ ਡਿਪਾਰਟਮੈਂਟ ਦੇ ਬੰਦਿਆਂ ਲਈ, ਜਾਂ ਸੈਨੀਟੇਸ਼ਨ ਵਰਕਰ ਜਿਹੜੇ ਕਿ ਲੱਗੇ ਹੋਏ ਨੇ, ਫਰੰਟ ਲਾਈਨ ਵਰਕਰਸ ਨੇ ਕੋਵਿਡ-19 ਦੇ ਬੈਟਲ ਦੇ ਵਿੱਚ। ਮਤਲਬ
ਜਿਹੜੇ ਲੋਕਾਂ ਦਾ ਟੈਸਟ ਕਰਦੇ ਨੇ, ਤੁਸੀਂ ਕਹਿ ਸਕਦੇ ਹੋ ਜਿਹੜੇ ਲੋਕਾਂ ਨੂੰ ਮਿਲਦੇ ਨੇ ਬਾਰ-ਬਾਰ, ਹੈ ਨਾ, ਉਹਨਾਂ ਨੂੰ ਦੇਖਦੇ ਨੇ, ਪੁਲਿਸ ਵਾਲੇ ਹੋ ਗਏ ਜਿਹੜੇ ਸਾਰਾ ਦਿਨ ਧਿਆਨ ਰੱਖਦੇ ਨੇ, ਤਾਂ ਇਹਨਾਂ ਦਾ ਇੰਸ਼ੋਰੈਂਸ ਜਿਹੜਾ ਸਟੇਟ ਗਵਰਨਮੈਂਟ ਕਹਿ ਰਹੀ ਹੈ ਕਿ ਅਸੀਂ ਤੁਹਾਨੂੰ ਇੱਕ ਐਕਸਟਰਾ ਇੰਸ਼ੋਰੈਂਸ ਦੇ ਰਹੇ ਹਾਂ। ਸੈਂਟਰ ਗਵਰਨਮੈਂਟ ਨੇ ਵੀ ਕਿਹਾ ਹੈ, ਸਟੇਟ ਗਵਰਨਮੈਂਟ ਪ੍ਰੋਵਾਈਡ ਕਰ ਰਹੀ ਹੈ ਉਹਨੂੰ, ਤਾਂ 50 ਲੱਖ ਰੁਪਏ ਦਾ ਇੰਸ਼ੋਰੈਂਸ। ਤੁਸੀਂ ਦੇਖ ਸਕਦੇ ਹੋ ਇੰਸ਼ੋਰੈਂਸ ਪੋਲਿਸੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ। ਕਿੰਨੇ ਰੁਪਏ ਦੀ ਦਿੱਤੀ ਜਾ ਰਹੀ ਹੈ? 50 ਲੱਖ ਰੁਪਏ ਦੀ ਜਿਹੜੀ ਹੈ ਇੰਸ਼ੋਰੈਂਸ ਪੋਲਿਸੀ ਦਿੱਤੀ ਜਾ ਰਹੀ ਹੈ ਕਿ ਇਹਨਾਂ ਨੂੰ ਕੱਲ੍ਹ ਨੂੰ ਕੋਈ ਪ੍ਰੋਬਲਮ ਹੋ ਜਾਂਦੀ ਹੈ ਤਾਂ ਉਹਦਾ ਖਰਚਾ ਜਿਹੜਾ ਇਹ 50 ਲੱਖ ਰੁਪਏ ਜਿਹੜਾ ਉਹਨਾਂ ਨੂੰ ਨਹੀਂ ਦੇਣਾ ਪਊ, ਜਿੰਨਾ ਵੀ ਖਰਚਾ ਹੋਏਗਾ ਉਹ ਸਾਰਾ ਸਰਕਾਰ ਦੇਗੀ, ਮਤਲਬ ਇਹ ਇੰਸ਼ੋਰੈਂਸ ਪੋਲਿਸੀ ਦੇ ਥਰੂ ਮਿਲੇਗਾ। ਨੈਕਸਟ ਆਨੇ, ਵਟ ਇਜ਼ ਦ ਨੇਮ ਆਫ ਪੰਜਾਬ ਯੰਗੈਸਟ ਫੀਮੇਲ ਸਰਪੰਚ ਵਿਦ ਹੂਮ ਪ੍ਰਾਈਮ ਮਿਨਿਸਟਰ ਇੰਟਰੈਕਟਸ ਔਨ ਨੈਸ਼ਨਲ ਪੰਚਾਇਤੀ ਰਾਜ ਡੇ। ਦੇਖੋ ਹੁਣ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਦੋ ਗੱਲਾਂ ਨੇ। ਇੱਕ ਤਾਂ ਤੁਹਾਨੂੰ ਇਹ ਪਤਾ ਲੱਗ ਜਾਏਗਾ ਪੰਜਾਬ ਦੀ ਯੰਗੈਸਟ ਫੀਮੇਲ ਸਰਪੰਚ ਕੌਣ ਹੈ। ਸੈਕਿੰਡ ਥਿੰਗ ਇਹਦੇ ਵਿੱਚ ਪਤਾ ਲੱਗ ਜਾਊਗਾ ਨੈਸ਼ਨਲ ਪੰਚਾਇਤੀ ਰਾਜ ਡੇ ਕਦੋਂ ਹੁੰਦਾ ਹੈ। ਨੈਸ਼ਨਲ ਪੰਚਾਇਤੀ ਰਾਜ ਡੇ ਕਦੋਂ ਹੁੰਦਾ ਹੈ? ਤਾਂ ਸਭ ਤੋਂ ਪਹਿਲਾਂ ਆਪਾਂ ਇਹੀ ਕੁਐਸਚਨ ਦਾ ਆਨਸਰ ਕਰ ਲੈਂਦੇ ਹਾਂ ਕਿ ਨੈਸ਼ਨਲ ਪੰਚਾਇਤੀ ਰਾਜ ਡੇ ਜਿਹੜਾ ਉਹ ਕਦੋਂ ਮਨਾਇਆ ਜਾਂਦਾ ਹੈ। ਨੈਸ਼ਨਲ ਪੰਚਾਇਤੀ ਰਾਜ ਡੇ ਮਨਾਇਆ ਜਾਂਦਾ ਹੈ 24 ਅਪ੍ਰੈਲ ਨੂੰ। ਤਾਂ ਤੁਸੀਂ ਯਾਦ ਰੱਖਣਾ ਹੈ 24 ਅਪ੍ਰੈਲ ਨੂੰ, 24 ਅਪ੍ਰੈਲ ਨੂੰ ਨੈਸ਼ਨਲ ਪੰਚਾਇਤੀ ਰਾਜ ਡੇ ਮਨਾਇਆ ਜਾਂਦਾ ਹੈ। ਤਾਂ ਤੁਹਾਨੂੰ ਪਤਾ ਹੈ 73ਵੀਂ ਅਮੈਂਡਮੈਂਟ 1992 ਦੇ ਵਿੱਚ ਆਪਾਂ ਪੰਚਾਇਤੀ ਰਾਜ ਸਿਸਟਮ ਜਿਹੜਾ ਹੈ ਆਪਣੇ ਕੌਨਸਟੀਟਿਊਸ਼ਨ ਦੇ ਵਿੱਚ ਐਡ ਕਰਤਾ ਸੀ। ਆਰਟੀਕਲ 40 ਵੀ ਇਹ ਆਪਾਂ ਨੂੰ ਦੱਸ ਦਿੰਦਾ ਹੈ ਕਿ ਪੰਚਾਇਤ ਹੋਣੀਆਂ ਚਾਹੀਦੀਆਂ ਸਟੇਟਸ ਦੇ ਵਿੱਚ। ਈਵਨ ਆਰਟੀਕਲ 246 ਵੀ ਇਹ ਦੱਸ ਦਿੰਦਾ ਹੈ ਕਿ ਸਟੇਟ ਕੋਲ ਪਾਵਰ ਹੈ ਕਿ ਉਹ ਆਪਣੀ ਲੋਕਲ ਸੈਲਫ ਗਵਰਨਮੈਂਟ ਨੂੰ ਕੀ ਕਰ ਸਕਦਾ ਹੈ, ਕੰਟਰੋਲ ਕਰ ਸਕਦਾ ਹੈ। ਤਾਂ ਕਿੰਨੀਆਂ ਚੀਜ਼ਾਂ ਕੌਨਸਟੀਟਿਊਸ਼ਨ ਦੇ ਵਿੱਚ ਹੀ ਆਲਰੇਡੀ ਐਡਡ ਨੇ। ਤਾਂ ਤੁਸੀਂ ਦੱਸਣਾ ਕਿ ਆਹ ਜਿਹੜੇ ਤੁਸੀਂ ਦੇਖ ਸਕਦੇ ਹੋ ਸਕਰੀਨ 'ਤੇ, ਤਾਂ ਇਹਨਾਂ ਦਾ ਕੀ ਨਾਮ ਹੈ? ਇਹ ਪੰਜਾਬ ਦੀ ਯੰਗੈਸਟ ਫੀਮੇਲ ਸਰਪੰਚ ਹੈ। ਤਾਂ ਤੁਸੀਂ ਦੇਖੋ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਕਵਰ ਕਰ ਰਹੇ ਹੋ। ਨਾਮ ਕੀ ਇਹਨਾਂ ਦਾ? ਪੱਲਵੀ ਠਾਕੁਰ। ਤਾਂ ਤੁਸੀਂ ਨਾਮ ਯਾਦ ਰੱਖਣਾ, ਪੱਲਵੀ ਠਾਕੁਰ, ਯੰਗੈਸਟ ਫੀਮੇਲ ਸਰਪੰਚ। ਤੇ ਇਹਨਾਂ ਦੀ ਏਜ ਤੁਸੀਂ ਜੇ ਦੇਖੋਗੇ ਸਰਪ੍ਰਾਈਜ਼ ਹੋ ਜਾਓਗੇ, 21 ਸਾਲ ਹੈ। ਔਰ ਪੰਚਾਇਤ ਦੇ ਵਿੱਚ ਜਾਣ ਦੀ ਏਜ ਵੀ ਮਿਨੀਮਮ ਕਿੰਨੀ ਹੈ? 21 ਹੈ। ਤਾਂ ਇਹਦਾ ਮਤਲਬ ਸਟਾਰਟਿੰਗ ਏਜ ਤੋਂ ਹੀ ਜਿਹੜੀ ਹੈ ਇਹ ਪੰਚਾਇਤੀ ਰਾਜ ਦੇ ਵਿੱਚ ਪੱਲਵੀ ਠਾਕੁਰ ਜਿਹੜੀ ਹੈ ਉਹ ਇਲੈਕਟ ਹੋ ਗਈ। ਤੇ ਨਾਲ ਹੀ ਨਾਲ ਕਿੱਥੋਂ ਬਿਲੋਂਗ ਕਰਦੇ ਨੇ? ਇਹ ਬਿਲੋਂਗ ਕਰਦੇ ਨੇ ਹਰਾ ਵਿਲੇਜ ਤੋਂ। ਕਿੱਥੋਂ ਬਿਲੋਂਗ ਕਰਦੇ ਨੇ? ਹਾਰਾ ਜਾਂ ਹਰਾ ਵਿਲੇਜ ਤੋਂ, ਜਿਹੜਾ ਕਿ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ ਆਉਂਦਾ ਹੈ। ਤਾਂ ਉੱਥੋਂ ਦੇ ਬੇਸਿਕਲੀ ਤੁਸੀਂ ਕਹਿ ਸਕਦੇ ਹੋ ਉੱਥੋਂ ਦੀ ਪੰਚਾਇਤ ਦੇ ਹੈੱਡ ਨੇ, ਤਾਂ ਮਤਲਬ ਸਰਪੰਚ ਹੈ। ਤਾਂ ਤੁਸੀਂ ਯਾਦ ਰੱਖੋਗੇ ਪੱਲਵੀ ਠਾਕੁਰ। Next one, Captain Amrinder Singh has constituted a group of experts under chairmanship of whom to oversee this revival over the revival of Punjab industrial sector। ਹੁਣ ਪ੍ਰੋਬਲਮ ਕੀ ਆ ਗਈ ਕਿ ਕੋਵਿਡ-19 ਕਰਕੇ ਬਹੁਤ ਜ਼ਿਆਦਾ ਸਲੋ ਡਾਊਨ ਹੋ ਗਿਆ, ਇੰਡਸਟਰੀਜ਼ ਬੰਦ ਹੋ ਗਈਆਂ। ਤਾਂ ਉਹਦੇ ਰਿਵਾਈਵਲ ਲਈ ਇੱਕ ਬਹੁਤ ਵੱਡੀ ਕਮੇਟੀ ਬਣਾਈ ਗਈ ਹੈ, ਜਿਹਦਾ ਹੈੱਡ ਕਿਹਨੂੰ ਬਣਾਇਆ ਗਿਆ? ਜਿਹਦਾ ਹੈੱਡ ਇਹਨਾਂ 4 ਆਪਸ਼ਨਸ 'ਚੋਂ ਤੁਸੀਂ ਦੱਸਣਾ ਕਿਹਨੂੰ ਹੈੱਡ ਜਿਹੜਾ ਬਣਾਇਆ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਉਦਯੋਗਿਕ ਖੇਤਰ ਦੇ ਇਸ ਪੁਨਰ ਸੁਰਜੀਤੀ ਦੀ ਨਿਗਰਾਨੀ ਕਿਸ ਦੀ ਪ੍ਰਧਾਨਗੀ ਹੇਠ ਮਾਹਿਰਾਂ ਦੇ ਇੱਕ ਸਮੂਹ ਨਾਲ ਬਣਾਇਆ ਗਿਆ? ਤਾਂ ਉਹਦਾ ਆਨਸਰ ਕੀ ਹੋਏਗਾ? ਉਹਦਾ ਆਨਸਰ ਹੈ ਮੋਂਟੇਗ ਸਿੰਘ ਆਲੂਵਾਲੀਆ, ਜਿਹੜੇ ਕਿ ਆਪਣੇ ਕਹਿ ਸਕਦੇ ਹੋ ਪਲੈਨਿੰਗ ਕਮਿਸ਼ਨ ਦੇ ਡਿਪਟੀ ਚੇਅਰਮੈਨ ਸੀ ਪੁਰਾਣੇ। ਉਹਨਾਂ ਨੂੰ ਕੀ ਬਣਾਇਆ ਗਿਆ? ਇਹਦਾ ਹੈੱਡ ਬਣਾਇਆ ਗਿਆ ਇਸ ਕਮੇਟੀ ਦਾ। ਡਾਕਟਰ ਮਨਮੋਹਨ ਸਿੰਘ ਐਡਵਾਈਜ਼ਰ ਰਹਿਣਗੇ, ਲੇਕਿਨ ਮੋਂਟੇਗ ਸਿੰਘ ਆਲੂਵਾਲੀਆ ਜਿਹੜੇ ਹੈੱਡ ਹੋਣਗੇ। ਤਾਂ ਤੁਸੀਂ ਯਾਦ ਰੱਖਣਾ। ਔਰ ਵਿਨੀ ਮਹਾਜਨ ਤੁਹਾਨੂੰ ਪਤਾ ਹੀ ਹੈ ਨਵੇਂ ਕੈਬਨਿਟ ਸੈਕਟਰੀ ਨੇ। ਤਾਂ ਕੈਪਟਨ ਅਮਰਿੰਦਰ ਸਿੰਘ ਨੇ ਗਰੁੱਪ ਬਣਾਇਆ ਮੋਂਟੇਗ ਸਿੰਘ ਆਲੂਵਾਲੀਆ, ਜਿਹੜੇ ਕਿ ਡਿਪਟੀ ਚੇਅਰਮੈਨ ਪਲੈਨਿੰਗ ਕਮਿਸ਼ਨ ਦੇ ਰਹਿ ਚੁੱਕੇ ਨੇ। ਅੱਜ ਕੱਲ੍ਹ ਦਾ ਪਲੈਨਿੰਗ ਕਮਿਸ਼ਨ ਹੈ ਨਹੀਂ, ਤਾਂ ਉਹਨਾਂ ਨੂੰ ਇਹ ਹੈੱਡ ਬਣਾਇਆ ਗਿਆ। ਤਾਂ ਇੰਡਸਟਰੀਅਲ ਗਰੋਥ ਨੂੰ ਓਵਰਕਮ ਕਰਨਾ, ਆਪਾਂ ਹੋਰ ਅੱਗੇ ਲੈ ਕੇ ਜਾਣਾ, ਕਿਉਂਕਿ ਕੋਵਿਡ ਕਰਕੇ ਜਿਹੜਾ ਬਹੁਤ ਜ਼ਿਆਦਾ ਸਲੋ ਡਾਊਨ ਹੋ ਚੁੱਕਿਆ। ਇਹਦੇ ਵਿੱਚ ਹੋਰ ਵੀ ਬਹੁਤ ਬੰਦੇ ਜਿਹੜੇ ਉਹ ਮੌਜੂਦ ਨੇ, ਲਾਈਕ ਬਹੁਤ ਵੱਡੇ ਲਾਇਰਸ ਨੇ ਪੰਜਾਬ ਗੌਰਮੈਂਟ ਦੇ, ਜਾਂ ਤੁਸੀਂ ਕਹਿ ਸਕਦੇ ਹੋ ਕਿ ਕਾਂਗਰਸ ਦੇ ਬਹੁਤ ਵਧੀਆ ਜਿਹੜੇ ਪੜ੍ਹੇ ਲਿਖੇ ਬੰਦੇ ਨੇ ਉਹ ਵੀ ਇਹਦੇ ਵਿੱਚ ਸ਼ਾਮਿਲ ਨੇ। ਇਹਦੇ ਵਿੱਚ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਦੀ ਐਡਵਾਈਸ ਲਿੱਤੀ ਜਾਏਗੀ ਕਿ ਉਹ ਅਸਿਸਟ ਕਰਨਗੇ ਪੂਰੀ ਕਮੇਟੀ ਨੂੰ ਕਿ ਕਿਸ ਤਰ੍ਹਾਂ ਇਹਨੂੰ ਰਿਵਾਈਵ ਆਪਾਂ ਕਰ ਸਕਦੇ ਹਾਂ। ਤਾਂ ਤੁਸੀਂ ਯਾਦ ਰੱਖਣਾ ਮੋਂਟੇਗ ਸਿੰਘ ਆਲੂਵਾਲੀਆ। ਇੰਪੋਰਟੈਂਟ ਕੁਐਸਚਨ ਆ ਸਕਦਾ ਕੁਐਸਚਨ। Next one, which University of Punjab emerged as the winner of Khelo India University Games 2020? ਖੇਲੋ ਇੰਡੀਆ ਜਿਹੜੀਆਂ ਗੇਮਸ ਸੀ ਯੂਨੀਵਰਸਿਟੀ ਗੇਮਸ 2020, ਜਿਹੜੀਆਂ ਕਿ ਕਿੱਥੇ ਹੋਈਆਂ? ਓਡੀਸ਼ਾ 'ਚ ਹੋਈਆਂ। ਕਿੱਥੇ ਹੋਈਆਂ? ਓਡੀਸ਼ਾ ਦੇ ਵਿੱਚ। ਤਾਂ ਉਹਦਾ ਕਿਹੜੀ ਯੂਨੀਵਰਸਿਟੀ ਜਿਹੜੀ ਹੈ ਸਭ ਤੋਂ ਜ਼ਿਆਦਾ ਮੈਡਲ ਜਿੱਤਣ ਵਾਲੀ ਯੂਨੀਵਰਸਿਟੀ ਬਣ ਗਈ ਹੈ? ਤਾਂ ਤੁਸੀਂ ਜੇ ਬਿਲਡਿੰਗ ਨੂੰ ਪਛਾਣਦੇ ਹੋ ਤਾਂ ਮੇਰੇ ਖਿਆਲ ਸੇ ਆਨਸਰ ਦੇ ਦੋਗੇ। ਜੇ ਤੁਸੀਂ ਪਿਛਲੇ ਕਰੰਟ ਅਫੇਅਰਸ ਵੀ ਕੀਤੇ ਨੇ ਪਿਛਲੇ 2 ਮਹੀਨਿਆਂ ਦੇ, ਜਿਹੜੇ ਆਪਾਂ ਕੀਤੇ 4 ਮਹੀਨਿਆਂ ਦੇ, ਤਾਂ ਉਹਦੇ ਵਿੱਚ ਵੀ ਮੈਂ ਇੱਕ ਕੁਐਸਚਨ ਪੰਜਾਬ ਯੂਨੀਵਰਸਿਟੀ ਦਾ ਲੈ ਕੇ ਆਇਆ ਸੀ। ਤਾਂ ਆਨਸਰ ਕੀ ਹੋਏਗਾ ਇਹਦਾ? ਪੰਜਾਬ ਯੂਨੀਵਰਸਿਟੀ। ਪੰਜਾਬੀ ਯੂਨੀਵਰਸਿਟੀ ਤੀਜੇ ਨੰਬਰ 'ਤੇ ਰਹੀ ਹੈ। ਤੀਜੇ ਨੰਬਰ 'ਤੇ ਰਹੀ ਹੈ ਪੂਰੇ ਇੰਡੀਆ ਦੇ ਵਿੱਚ। ਮੈਂ ਪੂਰੇ ਇੰਡੀਆ ਦੀ ਗੱਲ ਕਰ ਰਿਹਾ, ਪੰਜਾਬ ਦੀ ਗੱਲ ਨਹੀਂ ਕਰ ਰਿਹਾ। ਪੂਰੇ ਇੰਡੀਆ ਦੇ ਵਿੱਚੋਂ ਤੀਜੇ ਨੰਬਰ 'ਤੇ ਪੰਜਾਬੀ ਯੂਨੀਵਰਸਿਟੀ, ਪਹਿਲੇ ਨੰਬਰ 'ਤੇ ਪੰਜਾਬ ਯੂਨੀਵਰਸਿਟੀ। ਇੱਕ ਯੂਨੀਵਰਸਿਟੀ ਮਹਾਰਾਸ਼ਟਰ ਦੀ ਜਿਹੜੀ ਵਿੱਚ ਦੂਜੇ ਨੰਬਰ 'ਤੇ ਰਹੀ ਹੈ। ਤਾਂ ਤੁਸੀਂ ਦੇਖ ਸਕਦੇ ਹੋ ਇਹ ਪਹਿਲੀ ਵਾਰ ਹੋਇਆ ਸੀ ਕਿ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਹੋਈਆਂ ਸੀ। ਕਿੱਥੇ ਹੋਈਆਂ ਸੀ? ਕਲਿੰਗ ਇੰਸਟੀਚਿਊਟ ਆਫ ਇੰਡਸਟਰੀਅਲ
ਟੈਕਨੋਲੋਜੀ ਕਿੱਥੇ ਭੁਵਨੇਸ਼ਵਰ ਉੜੀਸਾ ਦੇ ਵਿੱਚ। ਤਾਂ ਪੰਜਾਬ ਯੂਨੀਵਰਸਿਟੀ ਨੇ ਸਭ ਤੋਂ ਜ਼ਿਆਦਾ ਮੈਡਲ ਜਿੱਤੇ 45 ਮੈਡਲ ਵਨ ਬਾਈ ਦੀ ਪੰਜਾਬ ਯੂਨੀਵਰਸਿਟੀ, ਅੰਡਰ ਵਿੱਚ 17 ਗੋਲਡ ਮੈਡਲ, 18 ਆਰ ਸਿਲਵਰ ਐਂਡ 10 ਆਰ ਬ੍ਰੌਂਜ਼ ਮੈਡਲ, ਮਤਲਬ 17 ਗੋਲਡ 18 ਸਿਲਵਰ ਤੇ 10 ਜਿਹੜੇ ਨੇ ਬ੍ਰੌਂਜ਼ ਮੈਡਲ ਸੀ। ਦੂਸਰਾ ਜਿਹੜਾ ਸਥਾਨ ਹੈ ਉਹ ਕਿਹਦਾ ਸੀ, ਸਵਿਤਰੀ ਬਾਈ ਫੂਲੇ ਪੂਨਾ ਯੂਨੀਵਰਸਿਟੀ, ਇਹਨਾਂ ਨੇ ਸੈਕਿੰਡ ਸਥਾਨ ਹਾਸਿਲ ਕੀਤਾ, ਇਹਨਾਂ ਨੇ 37 ਮੈਡਲ ਜਿੱਤੇ ਨੇ, 37 ਮੈਡਲਸ ਵਨ ਬਾਈ ਦਿਸ ਇੰਸਟੀਚਿਊਟ। ਐਂਡ ਪੰਜਾਬੀ ਯੂਨੀਵਰਸਿਟੀ ਵਨ ਦੀ 32 ਮੈਡਲਸ ਐਂਡ ਐਟ ਦੀ ਰੈਂਕ ਆਫ ਦੀ 3rd, ਤਾਂ ਤੀਜੇ ਰੈਂਕ ਤੇ ਜਿਹੜੇ ਪੰਜਾਬੀ ਯੂਨੀਵਰਸਿਟੀ ਆਈ। ਤਾਂ ਤੁਸੀਂ ਯਾਦ ਰੱਖਣਾ ਪੰਜਾਬ ਯੂਨੀਵਰਸਿਟੀ ਨੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ, ਇੱਕ ਹੁੰਦੀ ਹੈ ਖੇਲੋ ਇੰਡੀਆ ਯੂਥ ਗੇਮਸ, ਹੈ ਨਾ, ਉਹ 2021 ਦੇ ਵਿੱਚ ਕਿੱਥੇ ਹੋਣੀ ਹੈ, ਉਹ ਹਰਿਆਣਾ ਦੇ ਵਿੱਚ ਹੋਣੀ ਹੈ। ਤੁਸੀਂ ਯਾਦ ਰੱਖੋਗੇ ਖੇਲੋ ਇੰਡੀਆ ਯੂਥ ਗੇਮਸ 2021 ਦੇ ਵਿੱਚ ਕਿੱਥੇ ਹੋਣੀ ਹੈ, ਹਰਿਆਣਾ ਦੇ ਵਿੱਚ ਹੋਣੀ ਹੈ। ਹਰਿਆਣਾ ਦੇ ਵਿੱਚ ਵੀ ਕਿੱਥੇ ਆਯੋਜਨ ਕੀਤਾ ਜਾਏਗਾ ਦਾ, ਪੰਚਕੂਲਾ ਦੇ ਵਿੱਚ ਕੀਤਾ ਜਾਏਗਾ। ਨੈਕਸਟ ਕੁਐਸਚਨ ਆਨੇ ਪਦਮ ਸ਼੍ਰੀ ਅਵਾਰਡੀ ਬਲਬੀਰ ਸਿੰਘ ਕੂਲਰ ਪਾਸਡ ਅਵੇ, ਉਹਨਾਂ ਦੇਹਾਂਤ ਹੋ ਗਿਆ, ਤੁਸੀਂ ਫੋਟੋ ਦੇਖ ਸਕਦੇ ਹੋ ਬਲਬੀਰ ਸਿੰਘ ਕੂਲਰ ਜੀ ਦੀ। ਹੀ ਵਾਸ ਐਸੋਸੀਏਟਡ ਵਿਦ ਵਿਚ ਸਪੋਰਟਸ, ਉਹਨਾਂ ਦਾ ਕਿਹੜੀ ਖੇਡ ਨਾਲ ਸੰਬੰਧ ਸੀ, ਇਹ ਤੁਸੀਂ ਮੈਨੂੰ ਦੱਸਣਾ ਆਨਸਰ ਕੀ ਹੋਏਗਾ ਕਿ ਕਿਹੜੀ ਖੇਡ ਨਾਲ ਉਹ ਸੰਬੰਧ ਰੱਖਦੇ ਸੀ। ਹਾਂਜੀ ਫਟਾਫਟ ਆਨਸਰ ਦੋਗੇ ਇਹਦਾ, ਬਹੁਤ ਹੀ ਫੇਮਸ ਪਲੇਅਰ ਰਹੇ ਨੇ ਆਪਣੀ ਫੀਲਡ ਦੇ, ਤਾਂ ਫਟਾਫਟ ਦੱਸ ਦਿਓ ਕਿ ਕਿਹੜੀ ਗੇਮ ਨਾਲ ਉਹਨਾਂ ਦਾ ਸੰਬੰਧ ਹੈਗਾ ਸੀ। ਹਾਂਜੀ ਇਹਨਾਂ ਨੂੰ ਬਲਬੀਰ ਸਿੰਘ ਸੀਨੀਅਰ ਵੀ ਕਿਹਾ ਜਾਂਦਾ, ਤਾਂ 95 ਸਾਲ ਦੀ ਉਮਰ ਦੇ ਵਿੱਚ ਜਿਹੜਾ ਉਹ ਇਹਨਾਂ ਦਾ ਦੇਹਾਂਤ ਹੋ ਗਿਆ। ਤਾਂ ਤੁਸੀਂ ਦੱਸੋਗੇ ਕਿ ਗੋਲਡ ਬੇਸਿਕਲੀ ਓਲੰਪਿਸਟ ਗੋਲਡ ਮੈਡਲ ਲੈ ਚੁੱਕੇ ਨੇ 3 ਵਾਰ, ਤਾਂ ਬਹੁਤ ਹੀ ਇੰਪੋਰਟੈਂਟ ਪਲੇਅਰ ਨੇ, ਹਾਕੀ ਦੇ ਪਲੇਅਰ ਨੇ। ਔਰ ਯਾਦ ਰੱਖਣਾ ਪਦਮ ਸ਼੍ਰੀ ਅਵਾਰਡ ਇਹਨਾਂ ਨੇ ਜਿੱਤਿਆ ਹੋਇਆ। ਤਾਂ ਪਦਮ ਸ਼੍ਰੀ ਅਵਾਰਡ ਜਿਹੜਾ ਇਹਨਾਂ ਨੂੰ 2009 ਦੇ ਵਿੱਚ ਮਿਲਿਆ ਸੀ। ਇਹਨਾਂ ਨੇ ਅਰਜੁਨ ਅਵਾਰਡ ਵੀ ਜਿੱਤਿਆ ਹੋਇਆ, 1999 ਦੇ ਵਿੱਚ ਅਰਜੁਨ ਅਵਾਰਡ ਵੀ ਜਿੱਤਿਆ ਸੀ, ਬਟ ਪਦਮ ਸ਼੍ਰੀ 2009 ਦੇ ਵਿੱਚ ਮਿਲਿਆ ਸੀ। ਕਿੱਥੋਂ ਦੇ ਪਲੇਅਰ ਨੇ, ਹਾਕੀ ਨਾਲ ਸੰਬੰਧ ਰੱਖਦੇ ਨੇ, ਬਲਬੀਰ ਸਿੰਘ ਕੂਲਰ, ਯਾਦ ਰੱਖੋਗੇ ਤੁਸੀਂ। ਨੈਕਸਟ ਆਨੇ ਵਿਚ ਇੰਸਟੀਚਿਊਟ ਡਿਜ਼ਾਈਨਡ ਵਾਰਡ ਬੋਟ ਟੂ ਡਿਲੀਵਰ ਫੂਡ ਮੈਡੀਸਿਨ ਟੂ ਦੀ ਕੋਵਿਡ-19 ਪੇਸ਼ੈਂਟ। ਹੁਣ ਤੁਸੀਂ ਕੋਵਿਡ-19 ਪੇਸ਼ੈਂਟ ਨੂੰ ਜਾ ਕੇ ਤਾਂ ਮਿਲ ਨਹੀਂ ਸਕਦੇ, ਕਿਉਂਕਿ ਤੁਹਾਨੂੰ ਖੁਦ ਨੂੰ ਖਤਰਾ ਹੋ ਜਾਏਗਾ ਕਿ ਤੁਹਾਨੂੰ ਕੋਵਿਡ ਨਾ ਹੋ ਜਾਏ, ਇਸ ਕਰਕੇ ਇੱਕ ਡਿਵਾਈਸ ਬਣਾਈ ਗਈ ਹੈ ਵਾਰਡ ਬੋਟ। ਤੁਸੀਂ ਦੇਖ ਸਕਦੇ ਹੋ ਡਿਵਾਈਸ ਬਿਲਕੁਲ। ਤਾਂ ਇਹਦੇ ਵਿੱਚ ਕੀ ਹੋਏਗਾ, ਉਰੇ ਖਾਣਾ ਲੈ ਕੇ ਜਾਂ ਮੈਡੀਸਿਨਸ ਧਰ ਕੇ ਇਹਨੂੰ ਜਿਹੜਾ ਚਲਾਇਆ ਜਾਏਗਾ, ਤਾਂ ਕਿ ਇਹ ਆਪਣੇ ਆਪ ਹੀ ਜਿਹੜਾ ਉਹਨੂੰ ਪਹੁੰਚਾ ਦੇਗਾ। ਇੱਕ ਤਰ੍ਹਾਂ ਦਾ ਰੋਬੋਟ ਦਾ ਕੰਮ ਕਰੇਗਾ, ਜਿਹਨੂੰ ਨਾਮ ਕੀ ਦਿੱਤਾ ਵਾਰਡ ਬੋਟ, ਮਤਲਬ ਰੋਬੋਟ ਦੇ ਪਿਛਲੇ ਅੱਖਰ ਲੈ ਲਏ ਤੇ ਵਾਰਡ ਬॉय ਦਾ ਪਹਿਲਾ ਅੱਖਰ ਲੈ ਲਿਆ। ਤਾਂ ਮਤਲਬ ਜਿਹੜਾ ਵਾਰਡ ਬॉय ਕੰਮ ਕਰਦਾ ਸੀ ਉਹੀ ਕੌਣ ਕਰੇਗਾ, ਇਹ ਰੋਬੋਟ ਕੰਮ ਕਰੇਗਾ। ਕਿਹਨੇ ਬਣਾਇਆ, ਇਹ ਬਣਾਇਆ IIT ਰੋਪੜ ਨੇ। ਯਾਦ ਰੱਖਣਾ ਕਿਹਨੇ ਬਣਾਇਆ, IIT ਰੋਪੜ। ਕਿਸ ਇੰਸਟੀਚਿਊਟ ਨੇ ਕੋਵਿਡ-19 ਮਰੀਜ਼ਾਂ ਨੂੰ ਭੋਜਨ ਦਵਾਈਆਂ ਪ੍ਰਦਾਨ ਕਰਨ ਲਈ ਵਾਰਡਰੋਬ ਡਿਜ਼ਾਈਨ ਕੀਤਾ ਹੈ, ਤਾਂ ਤੁਸੀਂ ਜਾਣਨਾ ਵਾਰਡ ਬੋਟ ਕਿਹਨੇ ਡਿਜ਼ਾਈਨ ਕੀਤਾ, IIT ਰੋਪੜ ਨੇ। ਬਿਲਕੁਲ ਸੇਮ ਇਹੀ ਡਿਜ਼ਾਈਨ ਉਹਨਾਂ ਨੇ ਤਿਆਰ ਕੀਤਾ ਹੈ। ਇਹ ਸੀ ਆਪਣੇ ਕੋਲ ਇੰਪੋਰਟੈਂਟ ਨਿਊਜ਼, ਲੇਕਿਨ ਹੁਣ ਆਪਾਂ ਪਹਿਲਾਂ ਇਹਨਾਂ ਨੂੰ ਰਿਵਾਈਜ਼ ਕਰ ਲੈਂਦੇ ਹਾਂ, ਫਿਰ ਮੈਂ ਤੁਹਾਨੂੰ 2-3 ਬਹੁਤ ਹੀ ਇੰਪੋਰਟੈਂਟ ਨਿਊਜ਼ ਸਮਝਾਊਂਗਾ। ਬੇਸਿਕਲੀ ਉਹ ਸਮਝਾਉਣ ਵਾਲੀ ਉਹਨਾਂ ਦੇ ਕੁਐਸਚਨ ਨਹੀਂ ਬਣ ਸਕਦਾ, ਲੇਕਿਨ ਫਿਰ ਵੀ ਜਿਹੜੇ ਬੱਚੇ PCS ਦੀ ਤਿਆਰੀ ਕਰ ਰਹੇ ਨੇ ਉਹਨਾਂ ਲਈ ਬਹੁਤ ਇੰਪੋਰਟੈਂਟ ਹੈ। ਇੱਕ ਤਾਂ ਲੋਕਪਾਲ ਬਿੱਲ ਹੈ 2020 ਤੇ 2 ਨਿਊਜ਼ ਹੋਰ ਇੰਪੋਰਟੈਂਟ ਨੇ। ਤਾਂ ਪਹਿਲਾਂ ਆਪਾਂ ਫਟਾਫਟ ਕੁਐਸਚਨਸ ਨੂੰ ਰਿਵਾਈਜ਼ ਕਰ ਲੈਂਦੇ ਹਾਂ। ਤਾਂ ਕੁਐਸਚਨ ਕੀ ਸੀ, ਇੰਡੀਅਨ ਆਇਲ ਜਿਹੜੀ ਕੰਪਨੀ ਹੈ ਉਹ ਇੱਕ ਬਾਇਓਗੈਸ ਪਲਾਂਟ ਇਸਟੈਬਲਿਸ਼ ਕਰੇਗੀ, ਕਿੱਥੇ ਕਰੇਗੀ, ਪਟਿਆਲਾ ਰਖੜਾ ਸ਼ੂਗਰ ਮਿਲ ਦੇ ਵਿੱਚ ਉਹਨੂੰ ਇਸਟੈਬਲਿਸ਼ ਕੀਤਾ ਜਾਏਗਾ। ਕਰੋਨਾ ਵਾਇਰਸ ਨੂੰ ਐਪੀਡੈਮਿਕ ਡਿਕਲੇਅਰ ਕਰਤਾ, ਹੁਣ ਤਾਂ ਪੈਂਡੇਮਿਕ ਬਣ ਗਿਆ। ਮੈਂ ਤੁਹਾਨੂੰ ਡਿਫਰੈਂਸ ਦੱਸ ਚੁੱਕਿਆ ਐਪੀਡੈਮਿਕ ਤੇ ਪੈਂਡੇਮਿਕ ਦੇ ਵਿੱਚ। ਇਹ ਕਿਹੜੀ ਐਕਟ ਦੇ ਥਰੂ ਕੀਤਾ ਗਿਆ, ਦਾ ਐਪੀਡੈਮਿਕ ਡਿਜ਼ੀਜ਼ ਐਕਟ 1897 ਦੇ ਵਿੱਚ। ਨੈਕਸਟ ਸੀ ਐਪਲੀਕੇਸ਼ਨ ਲਾਂਚ ਕੀਤੀ ਗਈ ਕਰੋਨਾ ਵਾਇਰਸ ਨੂੰ ਟੈਕਲ ਕਰਨ ਲਈ, ਤਾਂ ਉਹਦਾ ਨਾਮ ਕੀ ਸੀ, ਕੋਵਾ ਪੰਜਾਬ। ਕੋਵਾ ਪੰਜਾਬ ਕੀ ਕਰੋਨਾ ਵਾਇਰਸ ਅਲਰਟ, ਕੋਵਿਡ ਵਾਇਰਸ ਅਲਰਟ ਨਹੀਂ, ਕਰੋਨਾ ਵਾਇਰਸ ਅਲਰਟ, ਯਾਦ ਰੱਖੋਗੇ। ਨੈਕਸਟ ਕਿਹੜੀ ਪੰਜਾਬ ਦੀ ਪਹਿਲੀ ਵੂਮਨ ਬਾਕਸਰ ਹੈ ਜਿਹੜੇ ਇਹਨਾਂ ਨੇ ਓਲੰਪਿਕ ਗੇਮਸ ਨੂੰ ਕੁਆਲੀਫਾਈ ਕੀਤਾ, ਟੋਕੀਓ ਓਲੰਪਿਕਸ ਗੇਮ ਨੂੰ ਕੁਆਲੀਫਾਈ ਕੀਤਾ, ਜਿਹੜੀਆਂ ਕਿ 2021 ਦੇ ਵਿੱਚ ਹੁਣ ਹੋਣਗੀਆਂ। ਕੌਣ ਨੇ, ਸਿਮਰਨਜੀਤ ਕੌਰ। ਕਿੱਥੋਂ ਬਿਲੋਂਗ ਕਰਦੇ ਨੇ, ਲੁਧਿਆਣਾ ਡਿਸਟ੍ਰਿਕਟ ਤੋਂ। ਨੈਕਸਟ ਪੰਜਾਬ ਗੌਰਮੈਂਟ ਹੈਲਥ ਇੰਸ਼ੋਰੈਂਸ ਕਵਰ ਦੇ ਰਹੀ ਹੈ ਪੁਲਿਸ ਵਾਲਿਆਂ ਨੂੰ ਤੇ ਨਾਲੇ ਸੈਨੀਟੇਸ਼ਨ ਵਰਕਰਸ ਨੂੰ ਜਿਹੜੇ ਕੋਵਿਡ-19 ਨੂੰ ਡਟੇ ਹੋਏ ਨੇ ਖਤਮ ਕਰਨ ਲਈ, ਤਾਂ 50 ਲੱਖ ਰੁਪਏ ਦਾ ਇੰਸ਼ੋਰੈਂਸ ਜਿਹੜਾ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ। ਨੈਸ਼ਨਲ ਪੰਚਾਇਤੀ ਰਾਜ ਡੇ ਜਿਹੜਾ ਕਿ 24 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ, ਉਹਦੇ ਵਿੱਚ ਪੰਜਾਬ ਦੀ ਯੰਗੈਸਟ ਫੀਮੇਲ ਸਰਪੰਚ ਨਾਲ ਮੋਦੀ ਜੀ ਨੇ ਇੰਟਰੈਕਸ਼ਨ ਕੀਤੀ। ਤੁਸੀਂ ਦੇਖ ਸਕਦੇ ਹੋ, ਇਹ ਬਿਲਕੁਲ ਉਹੀ ਫੋਟੋ ਜਦੋਂ ਇੰਟਰੈਕਟ ਕਰ ਰਹੇ ਨੇ ਉਹ। ਤਾਂ ਕੌਣ ਨੇ ਉਹ, ਪੱਲਵੀ ਠਾਕੁਰ ਨੇ। 21 ਸਾਲ ਦੀ ਇਹ ਯੰਗੈਸਟ ਫੀਮੇਲ ਸਰਪੰਚ ਹੈ, ਕਿੱਥੋਂ ਦੀ, ਪਠਾਨਕੋਟ ਤੋਂ ਬਣੇ ਨੇ। ਨੈਕਸਟ ਕੁਐਸਚਨ ਸੀ ਆਪਣੇ ਕੋਲੇ, ਅਮਰਿੰਦਰ ਸਿੰਘ ਜੀ ਨੇ ਇੱਕ ਕਮੇਟੀ ਬਣਾਈ ਹੈ ਜਿਹੜੀ ਕਿ ਪੰਜਾਬ ਇੰਡਸਟਰੀਅਲ ਸੈਕਟਰ ਨੂੰ ਰਿਵਾਈਵ ਕਰੇਗੀ, ਉਹਦੇ ਵਿੱਚ ਹੈਲਪ ਕਰੇਗੀ। ਕੋਵਿਡ-19 ਕਰਕੇ ਜਿਹੜਾ ਸਲੋ ਆਇਆ ਇੰਡਸਟਰੀਅਲ ਸੈਕਟਰ ਦੇ ਵਿੱਚ, ਉਹਨੂੰ ਰਿਵਾਈਵ ਕਰਨ ਦੇ ਵਿੱਚ ਹੈਲਪ ਕਰੇਗੀ। ਤਾਂ ਉਹਦੇ ਚੇਅਰਮੈਨ ਕੌਣ ਹੋਣਗੇ, ਮਨਟੇਕ ਸਿੰਘ ਆਲੂਵਾਲੀਆ। ਮਨਮੋਹਨ ਸਿੰਘ ਜੀ ਉਹਦੇ ਐਡਵਾਈਜ਼ਰ ਹੋਣਗੇ, ਬਟ ਮਨਟੇਕ ਸਿੰਘ ਆਲੂਵਾਲੀਆ ਕੀ ਹੋਣਗੇ, ਹੈੱਡ ਹੋਣਗੇ। ਨੈਕਸਟ ਕੁਐਸਚਨ ਸੀ ਕਿ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2020 ਕੌਣ ਜਿੱਤੇ, ਪੰਜਾਬ ਯੂਨੀਵਰਸਿਟੀ ਜਿੱਤੀ, ਪਹਿਲਾ ਰੈਂਕ ਹੈ। ਤੀਜਾ ਰੈਂਕ ਕਿਹਦਾ, ਪੰਜਾਬੀ ਯੂਨੀਵਰਸਿਟੀ ਦਾ।
ਨੈਕਸਟ ਬਲਬੀਰ ਸਿੰਘ ਕੁੱਲਰ ਜਿਨ੍ਹਾਂ ਦਾ ਦੇਹਾਂਤ ਹੋ ਗਿਆ, ਉਹ ਕਿਹੜੀ ਸਪੋਰਟ ਨਾਲ ਸੰਬੰਧ ਰੱਖਦੇ ਸੀ? ਉਹ ਹਾਕੀ ਨਾਲ ਸੰਬੰਧ ਰੱਖਦੇ ਸੀ। ਪਦਮ ਸ਼੍ਰੀ ਅਵਾਰਡ ਇਹਨਾਂ ਨੂੰ ਮਿਲਿਆ ਹੋਇਆ, ਇਹਨਾਂ ਨੂੰ ਅਰਜੁਨ ਅਵਾਰਡ ਵੀ ਮਿਲਿਆ ਹੋਇਆ। ਤਾਂ ਇਹ ਸੀ ਆਪਣੇ ਕੋਲ ਇੰਪੋਰਟੈਂਟ ਕੁਐਸਚਨਸ। ਇੱਕ ਕੁਐਸਚਨ ਹੋਰ ਸੀ, ਵਾਰਡ ਬੋਟ ਜਿਹੜਾ ਉਹ ਡਿਵਾਈਸ ਬਣਾਈ ਗਈ ਹੈ ਮੈਡੀਸਿਨਸ ਤੇ ਫੂਡ ਨੂੰ ਡਿਲੀਵਰ ਕਰਨ ਲਈ ਕਰੋਨਾ ਪੇਸ਼ੈਂਟਸ ਲਈ, ਉਹ ਕਿਹੜੀ ਯੂਨੀਵਰਸਿਟੀ ਨੇ ਬਣਾਈ ਹੈ ਜਾਂ ਕਿਹੜੇ ਇੰਸਟੀਚਿਊਟ ਨੇ ਬਣਾਈ ਹੈ? IIT ਰੋਪੜ ਨੇ ਉਸ ਨੂੰ ਬਣਾਇਆ। ਕਲੀਅਰ। ਤਾਂ ਇਹ ਸੀ ਆਪਣੇ ਕੋਲ ਇੰਪੋਰਟੈਂਟ ਕੁਐਸਚਨ। ਜ਼ਿਆਦਾ ਕੁਐਸਚਨ ਨਹੀਂ ਸੀ ਬਿਕੋਜ਼ ਤੁਹਾਨੂੰ ਪਤਾ ਹੈ ਕਿ ਮਾਰਚ ਦੇ ਲਾਸਟ ਦੇ ਵਿੱਚ ਲਾਈਕ 25 ਮਾਰਚ ਨੂੰ ਲੋਕਡਾਊਨ ਲੱਗ ਗਿਆ ਸੀ, ਜਿਹਦੇ ਕਰਕੇ ਉਸ ਤੋਂ ਬਾਅਦ ਜਿਹੜੀਆਂ ਨਿਊਜ਼ ਹੈ ਉਹ ਕਰੋਨਾ ਨਾਲ ਹੀ ਰਿਲੇਟਡ ਸੀ। ਤਾਂ ਇਸੇ ਕਰਕੇ ਜਿਹੜੀਆਂ ਉਹ ਨਿਊਜ਼ ਥੋੜ੍ਹੀਆਂ ਜਿਹੀਆਂ ਘੱਟ ਨੇ ਇਹਦੇ ਵਿੱਚ, ਬਟ 2-3 ਪੁਆਇੰਟ ਬਹੁਤ ਹੀ ਇੰਪੋਰਟੈਂਟ ਤੁਸੀਂ ਇਹਦੇ ਵਿੱਚੋਂ ਕੱਢ ਸਕਦੇ ਹੋ। ਇੱਕ ਸਭ ਤੋਂ ਇੰਪੋਰਟੈਂਟ ਗੱਲ ਕੀ ਹੋਈ, ਲੋਕਾਯੁਕਤਾ ਬਿੱਲ ਜਿਹੜਾ ਉਹ ਪਾਸ ਕੀਤਾ ਗਿਆ। ਤਾਂ ਲੋਕਾਯੁਕਤਾ ਤਾਂ ਹਜੇ ਪੰਜਾਬ ਦਾ ਨਹੀਂ ਬਣਾਇਆ ਗਿਆ ਸੀ ਉਦੋਂ ਤੱਕ, ਬਟ ਮੈਂ ਤੁਹਾਨੂੰ ਦੱਸ ਦਿੰਦਾ ਕਿ ਲੋਕਾਯੁਕਤਾ ਦਾ ਕੰਮ ਕੀ ਹੁੰਦਾ। ਜਿਵੇਂ ਲੋਕਪਾਲ ਸੈਂਟਰ ਦੇ ਵਿੱਚ ਹੁੰਦਾ ਤੇ ਲੋਕਾਯੁਕਤਾ ਕੀ ਹੋਏਗਾ, ਸਟੇਟ ਦੇ ਵਿੱਚ ਹੋਏਗਾ। ਕੋਈ ਵੀ ਕੋਈ ਸ਼ਿਕਾਇਤ ਹੈ ਕਿਸੇ ਆਫਿਸਰ ਖਿਲਾਫ, ਈਵਨ ਚੀਫ ਮਿਨਿਸਟਰ ਖਿਲਾਫ ਵੀ ਕੋਈ ਸ਼ਿਕਾਇਤ ਹੈ ਤਾਂ ਤੁਸੀਂ ਕਿੱਥੇ ਸ਼ਿਕਾਇਤ ਕਰ ਸਕਦੇ ਹੋ? ਲੋਕਾਯੁਕਤਾ ਦੇ ਵਿੱਚ ਸ਼ਿਕਾਇਤ ਕਰ ਸਕਦੇ ਹੋ। ਤਾਂ ਲੋਕਾਯੁਕਤਾ ਦੇ ਵਿੱਚ ਕੀ ਹੋਏਗਾ, ਇੱਕ ਤਾਂ ਚੇਅਰਪਰਸਨ ਹੋਏਗਾ, ਇੱਕ ਕੀ ਹੋਏਗਾ, ਚੇਅਰਪਰਸਨ ਹੋਏਗਾ। ਤੇ ਜੇ ਚੇਅਰਪਰਸਨ ਉਹ ਹੋਏਗਾ ਜਿਹੜਾ ਹਾਈ ਕੋਰਟ ਦਾ ਜੱਜ ਜਾਂ ਸੁਪਰੀਮ ਕੋਰਟ ਦਾ ਜੱਜ ਹੋਵੇ ਜਾਂ ਰਹਿ ਚੁੱਕਿਆ ਹੋਵੇ। ਤੇ ਬਾਕੀ ਕਿੰਨੇ ਮੈਂਬਰ ਹੋਣਗੇ? 4 ਮੈਂਬਰ ਹੋਣਗੇ ਇਹਦੇ ਵਿੱਚ। ਮਤਲਬ ਕਿੰਨੇ ਮੈਂਬਰ ਬੋਡੀ ਹੋਗੀ? 5 ਮੈਂਬਰ ਬੋਡੀ ਹੋਗੀ। ਇੱਕ ਚੇਅਰਮੈਨ ਹੋਏਗਾ, 4 ਇਹਦੇ ਵਿੱਚ ਕੀ ਹੋਣਗੇ? ਮੈਂਬਰ ਹੋਣਗੇ। ਔਰ 4 ਮੈਂਬਰਸ ਨੂੰ ਕੌਣ ਅਪਾਇੰਟ ਕਰੇਗਾ? ਗਵਰਨਮੈਂਟ ਅਪਾਇੰਟ ਕਰੇਗੀ, ਜਿਹਦੇ ਵਿੱਚੋਂ ਇੱਕ ਸੀਟ ਰਿਜ਼ਰਵ ਹੈ ਕਿਹਦੇ ਲਈ? SC ST ਸ਼ਡਿਊਲ ਕਾਸਟ ਹੋਵੇ, ਬੈਕਵਰਡ ਕਲਾਸ 'ਚ ਹੋਵੇ, ਮਾਈਨੋਰਿਟੀ ਹੋਵੇ ਕੋਈ ਵੀ, ਜਾਂ ਵੂਮਨ ਹੋਵੇ। ਇੱਕ ਸੀਟ ਉਹਦੇ ਲਈ ਰਿਜ਼ਰਵ ਹੈ 4 ਚੋਂ, ਮਤਲਬ 3 ਸੀਟਸ ਬਾਕੀ ਰਹਿ ਜਾਣਗੀਆਂ। ਤਾਂ ਉਹਨਾਂ ਦੀ ਕੁਆਲੀਫਿਕੇਸ਼ਨ ਵੀ ਜਿਹੜੀ ਹੈ ਉਹ ਕੀ ਹੋਣੀ ਹੈ? ਮੈਚ ਹੋਣੀ ਚਾਹੀਦੀ ਹੈ ਕਿ ਇਹ ਪੋਜੀਸ਼ਨ ਲਈ ਬਿਲਕੁਲ ਸਹੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ। ਚੇਅਰਪਰਸਨ ਐਂਡ ਮੈਂਬਰ ਸ਼ੈਲ ਬੀ ਅਪਾਇੰਟਡ ਬਾਈ ਗਵਰਨਰ। ਕੌਣ ਅਪਾਇੰਟ ਕਰੂਗਾ? ਗਵਰਨਰ, on the basis of majority of the recommendation of selection committee। ਇਹ ਨਹੀਂ ਕਿ ਗਵਰਨਰ ਆਪਣੇ ਆਪ ਬਣਾ ਦੂਗਾ, ਇੱਕ ਕਮੇਟੀ ਹੋਏਗੀ, ਉਹ ਕਮੇਟੀ ਰਿਕਮੈਂਡ ਕਰੇਗੀ ਗਵਰਨਰ ਨੂੰ ਕਿ ਇਹ ਨਾਮ ਸਾਡੀ ਮੈਜੋਰਿਟੀ ਦੇ ਅਕੋਰਡਿੰਗ ਆਏ ਨੇ, ਗਵਰਨਰ ਉਹਨਾਂ ਨੂੰ ਅਪਾਇੰਟ ਕਰ ਦੂਗਾ। ਉਹ ਕਮੇਟੀ ਦੇ ਵਿੱਚ ਕੌਣ ਹੋਏਗਾ? ਉਹ ਕਮੇਟੀ ਦੇ ਵਿੱਚ ਇੱਕ ਤਾਂ ਚੀਫ ਮਿਨਿਸਟਰ ਹੋਣਗੇ, ਚੀਫ ਮਿਨਿਸਟਰ, ਇੱਕ ਕੀ ਹੋਣਗੇ? ਸਪੀਕਰ ਹੋਣਗੇ ਲੈਜਿਸਲੇਟਿਵ ਅਸੈਂਬਲੀ ਦੇ, ਵਿਧਾਨ ਸਭਾ ਦੇ ਸਪੀਕਰ ਮਤਲਬ ਰਾਣਾ KP ਸਿੰਘ ਨੇ ਅੱਜ ਕੱਲ੍ਹ ਤੋਂ ਉਹ ਬੈਠ ਜਾਣਗੇ। ਲੀਡਰ ਆਫ ਓਪੋਜੀਸ਼ਨ ਹੋਣਗੇ ਪੰਜਾਬ ਵਿਧਾਨ ਸਭਾ ਦੇ, ਚੀਫ ਜਸਟਿਸ ਹੋਣਗੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ, ਤੇ ਇੱਕ ਬੰਦਾ ਕੋਈ ਐਮੀਨੈਂਟ ਜੂਰਿਸਟ ਹੋਏਗਾ ਜਿਹਨੂੰ ਕੋਈ ਸਪੈਸ਼ਲ ਨੌਲੇਜ ਹੈ ਕੋਈ ਲਾਅ ਬਾਰੇ ਜਾਂ ਕੋਈ ਹੋਰ ਫੀਲਡ ਬਾਰੇ, ਤਾਂ ਉਹਨੂੰ ਉਰੇ ਬਿਠਾ ਸਕਦੇ ਨੇ। ਮਤਲਬ ਤੁਸੀਂ ਦੇਖੋ ਕੌਣ ਹੋਏਗਾ? ਚੀਫ ਮਿਨਿਸਟਰ ਹੋਣਗੇ, ਇੱਕ ਸਪੀਕਰ ਹੋਣਗੇ, ਇੱਕ ਲੀਡਰ ਆਫ ਆਪੋਜੀਸ਼ਨ ਹੋਣਗੇ ਵਿਧਾਨ ਸਭਾ ਦੇ, ਕਿਉਂਕਿ ਵਿਧਾਨ ਪਰਿਸ਼ਦ ਤਾਂ ਹੈ ਹੀ ਨਹੀਂ, ਇੱਕ ਚੀਫ ਜਸਟਿਸ ਹੋਣਗੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ, ਤੇ ਇੱਕ ਐਮੀਨੈਂਟ ਜੂਰਿਸਟ। ਮਤਲਬ 5 ਮੈਂਬਰ ਇੱਕ ਕਮੇਟੀ ਹੋਏਗੀ ਜਿਹੜੇ ਕਿ ਉਹ 4 ਬੰਦਿਆਂ ਨੂੰ ਕੀ ਕਰੇਗੀ? ਚੁਣੇਗੀ। ਤੇ ਉਹੀ ਨਾਮ ਜਿਹੜਾ ਉਹਨੂੰ ਕੀ ਹੋਏਗਾ? ਰਿਕਮੈਂਡ ਹੋਏਗਾ। ਤਾਂ ਬਹੁਤ ਹੀ ਇੰਪੋਰਟੈਂਟ ਹੈ। ਈਵਨ 5 ਨੂੰ ਚੁਣੇਗੀ ਇਹ ਕਮੇਟੀ, 5 ਨੂੰ ਹੀ ਚੁਣੇਗੀ, ਚੇਅਰਪਰਸਨ ਨੂੰ ਵੀ ਚੁਣੇਗੀ ਤੇ ਨਾਲ ਮੈਂਬਰਸ ਨੂੰ ਵੀ ਚੁਣੇਗੀ। ਤਾਂ ਤੁਸੀਂ ਇਹ ਯਾਦ ਰੱਖਣਾ ਹੈ, ਲੋਕਾਯੁਕਤਾ ਬਿੱਲ 2020। ਚਲੋ ਨੈਕਸਟ ਨਿਊਜ਼ ਸੀ, ਇੰਡੀਅਨ ਰੇਲਵੇਜ਼ ਜਿਹੜਾ ਆਪਣੀ ਰੇਲ ਕੋਚ ਫੈਕਟਰੀ ਹੈ ਕਪੂਰਥਲਾ ਵਾਲੀ, ਡਿਵੈਲਪਡ ਏ ਲੋ ਕੋਸਟ ਵੈਂਟੀਲੇਟਰ ਜਿਹਦਾ ਨਾਮ ਹੈ ਜੀਵਨ ਟੂ ਫਾਈਟ COVID-19। ਇੱਕ ਕਿਉਂਕਿ ਵੈਂਟੀਲੇਟਰ ਦੀ ਘਾਟ ਹੈ, ਆਪਾਂ ਨੂੰ ਪਤਾ ਹੈ ਕਿ ਹੈਲਥ ਦਾ ਸਟੇਟਸ ਇੰਡੀਆ ਦਾ ਕੀ ਹੈ, ਤਾਂ ਉਹਦੇ ਵਿੱਚ ਬੇਸਿਕਲੀ ਵੈਂਟੀਲੇਟਰਸ ਦੀ ਘਾਟ ਹੈ, ਜਿਹਦੇ ਕਰਕੇ ਜਿਹੜਾ ਇੰਡੀਅਨ ਰੇਲਵੇ ਦਾ ਰੇਲ ਕੋਚ ਫੈਕਟਰੀ ਹੈ ਕਪੂਰਥਲਾ ਵਾਲੀ, ਉਹਨਾਂ ਨੇ ਇੱਕ ਲੋ ਕੋਸਟ ਵੈਂਟੀਲੇਟਰ ਬਣਾਇਆ ਜਿਹਦਾ ਨਾਮ ਕੀ ਰੱਖਿਆ? ਜੀਵਨ। ਤਾਂ ਇਹ ਤੁਸੀਂ ਯਾਦ ਰੱਖਣਾ, ਇਹਦਾ ਬੇਸਿਕਲੀ ਕੁਐਸਚਨ ਨਹੀਂ, ਤੁਸੀਂ ਵੈਸੇ ਹੀ ਨਿਊਜ਼ ਜਿਹੜੀਆਂ ਯਾਦ ਰੱਖ ਸਕਦੇ ਹੋ। ਰੇਲ ਕੋਚ ਫੈਕਟਰੀ ਕਪੂਰਥਲਾ। ਨੈਕਸਟ ਸੀ ਕੁਛ 1 ਲਾਈਨਰ ਇੰਪੋਰਟੈਂਟ। ASI ਹਰਜੀਤ ਸਿੰਘ, ਇਹ ਮੇਰੇ ਖਿਆਲ ਸਾਰੇ ਪੰਜਾਬ ਦੇ ਜਿਹੜੇ ਵੀ ਲੋਕ ਨੇ ਉਹਨਾਂ ਨੂੰ ਪਤਾ ਹੋਊਗਾ ਕਿ ਪਟਿਆਲਾ ਦੀ ਸਬਜ਼ੀ ਮੰਡੀ ਦੇ ਵਿੱਚ ਇੱਕ ਇੰਸੀਡੈਂਟ ਹੋਇਆ ਸੀ ਤੇ ASI ਹਰਜੀਤ ਸਿੰਘ ਦਾ ਹੱਥ ਕੱਟ ਗਿਆ ਸੀ, ਤਾਂ ਉਹਨਾਂ ਨੂੰ ਫਿਰ PGI ਲੈ ਕੇ ਗਏ, ਉੱਥੇ ਆਪਰੇਸ਼ਨ ਹੋਇਆ, ਤਾਂ ਉਹਨਾਂ ਦਾ ਹੱਥ ਜਿਹੜਾ ਨਾਲ ਜੋੜ ਦਿੱਤਾ ਗਿਆ। ਤਾਂ ਉਹਨਾਂ ਨੂੰ ASI ਤੋਂ ਸਬ ਇੰਸਪੈਕਟਰ ਦੇ ਰੈਂਕ ਤੇ ਕੀ ਕਰਤਾ? ਪ੍ਰਮੋਟ ਕਰਤਾ। ਤੁਹਾਡੇ ਤੋਂ ਨਾਮ ਪੁੱਛਿਆ ਜਾ ਸਕਦਾ PCS, ਕਿਉਂਕਿ ਇਹੋ ਜਿਹੇ ਕੁਐਸਚਨ ਪੁੱਛ ਲੈਂਦਾ, ਤਾਂ ਇਸ ਲਈ ਯਾਦ ਰੱਖਣਾ ਹਰਜੀਤ ਸਿੰਘ ਉਹਨਾਂ ਦਾ ਨਾਮ ਸੀ। ਨੈਕਸਟ ਇੱਕ ਸਕੀਮ ਪੰਜਾਬ ਗੌਰਮੈਂਟ ਵੱਲੋਂ ਸਟਾਰਟ ਕੀਤੀ ਗਈ, ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ। ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਜਿਹੜੀ ਲੋਕਡਾਊਨ ਦੇ ਵਿੱਚ ਰਹੇਗੀ। ਉਸ ਟਾਈਮ ਤੇ 3 ਮਹੀਨਿਆਂ ਲਈ ਸਟਾਰਟ ਕੀਤਾ ਗਿਆ ਸੀ, ਬਟ ਇਹ ਲੋਕਡਾਊਨ ਦੇ ਦੌਰਾਨ ਚੱਲੀ। ਇਹਦੇ ਵਿੱਚ 5 ਕਿਲੋ ਜਿਹੜਾ ਉਹ ਗੇਹੂੰ ਦਿੱਤਾ ਜਾਏਗਾ ਤੇ 1 ਕਿਲੋ ਪਲਸਿਸ ਜਿਹੜੀਆਂ ਪਰ ਹਾਊਸ ਹੋਲਡ ਦਿੱਤੀਆਂ ਜਾਣਗੀਆਂ। ਤੁਸੀਂ ਯਾਦ ਰੱਖਣਾ ਹੈ ਕੁਐਸਚਨ ਕਿ 5 ਕਿਲੋ ਜਿਹੜਾ ਵੀਟ ਹੈ ਉਹ ਤਾਂ ਪਰ ਪਰਸਨ ਹੈ, ਜਿਹੜਾ 1 ਕਿਲੋ ਪਲਸਿਸ ਨੇ ਉਹ ਪਰ ਹਾਊਸ ਹੋਲਡ ਹੈ, ਨਾ ਕਿ ਪਰ ਪਰਸਨ ਹੈ। ਤਾਂ ਇਹ ਤੁਸੀਂ ਥੋੜ੍ਹਾ ਜਿਹਾ ਧਿਆਨ ਨਾਲ ਰੱਖਿਓ, ਵਿਚ ਆਫ ਦਾ ਫੋਲੋਇੰਗ ਇਜ਼ ਟਰੂ ਕਰਕੇ PCS ਨੇ ਪੁੱਛ ਲੈਣਾ। 50 ਕਿਲੋ ਵੀਟ ਪਰ ਪਰਸਨ, 1 ਕਿਲੋ ਪਲਸਿਸ ਪਰ ਹਾਊਸ ਹੋਲਡ।
ਨੈਕਸਟ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਪਾਰਟਿਸਿਪੇਟਡ ਇਨ ਮੈਂ ਵੀ ਹਰਜੀਤ ਸਿੰਘ। ਸ਼ਾਇਦ ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਸਭ ਜਿਹੜੇ ਪੁਲਿਸ ਵਾਲੇ ਹੈ ਉਹਨਾਂ ਨੇ ਆਪਣੀ ਜਿਹੜੀ ਨੇਮ ਪਲੇਟ ਹੈ ਉਹ ਚੇਂਜ ਕਰ ਲਈ ਸੀ, ਸਭ ਨੇ ਹਰਜੀਤ ਸਿੰਘ ਦੇ ਨਾਮ ਤੋਂ ਲਾ ਲਿਆ ਸੀ ਤਾਂ ਕਿ ਉਹਨਾਂ ਨੂੰ ਇੱਕ ਆਪਾਂ ਕਹਿ ਸਕਦੇ ਕਿ ਡੈਡੀਕੇਸ਼ਨ, ਜਾਂ ਆਪਾਂ ਕਹਿ ਸਕਦੇ ਕਿ ਉਹਨਾਂ ਦੀ ਪੁਲਿਸ ਨੂੰ ਡੈਡੀਕੇਸ਼ਨ ਲਈ ਉਹਨਾਂ ਨੂੰ ਇੱਕ ਤਰ੍ਹਾਂ ਦਾ ਆਪਾਂ ਟ੍ਰਿਬਿਊਟ ਦੇ ਸਕੀਏ। ਤਾਂ ਮੈਂ ਵੀ ਹਰਜੀਤ ਸਿੰਘ ਕੈਂਪੇਨ ਚਲਾਇਆ ਸੀ। ਤਾਂ ਕਈ ਵਾਰ ਵੈਸੇ ਹੀ ਦਿਮਾਗ 'ਚ ਆ ਜਾਂਦਾ ਕਿ ਕਿਹਨੇ ਚਲਾਇਆ ਸੀ ਇਹ, ਤਾਂ ਸ਼ਹੀਦ ਭਗਤ ਸਿੰਘ ਮਤਲਬ SAS ਨਗਰ ਪੁਲਿਸ, ਮੋਹਾਲੀ ਪੁਲਿਸ ਨੇ ਨਹੀਂ SAS ਨਗਰ ਨਹੀਂ, ਸ਼ਹੀਦ ਭਗਤ ਸਿੰਘ ਨਗਰ SBS ਨਗਰ ਨੇ ਇਹਨੂੰ ਚਲਾਇਆ ਸੀ, ਮਤਲਬ ਰੂਪਨਗਰ ਨੇ ਚਲਾਇਆ ਸੀ। ਤਾਂ ਤੁਸੀਂ ਯਾਦ ਰੱਖਣਾ। ਨੈਕਸਟ, ਪੰਜਾਬ ਬਿਕਮ ਦੀ ਫਸਟ ਸਟੇਟ ਟੂ ਇੰਪੋਜ਼ ਕਰਫਿਊ ਆਫਟਰ ਲੋਕਡਾਊਨ ਫੇਲਸ। ਮਤਲਬ ਲੋਕਡਾਊਨ ਜਦੋਂ ਫੇਲ ਹੋ ਗਿਆ ਸੀ, ਲੋਕ ਫਿਰ ਵੀ ਨਹੀਂ ਹਟੇ, ਤਾਂ ਪੰਜਾਬ ਇਹ ਜੀ ਪਹਿਲੀ ਸਟੇਟ ਸੀ ਜਿਸ 'ਚ ਕਰਫਿਊ ਲਗਾਤਾ ਸੀ। ਹੁਣ ਲੋਕਡਾਊਨ ਦੇ ਵਿੱਚ ਕੀ ਹੁੰਦਾ ਕਿ ਮੂਵਮੈਂਟ ਤਾਂ ਤੁਹਾਡੀ ਹੋਏਗੀ, ਗਰੋਸਰੀ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ, ਹੈ ਨਾ, ਸਬਜ਼ੀ ਵਾਲੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ, ਜ਼ਰੂਰੀ ਜਿਹੜੀਆਂ ਸੇਵਾਵਾਂ ਉਹਦੀਆਂ ਖੁੱਲ੍ਹੀਆਂ ਰਹਿਣਗੀਆਂ। ਕਰਫਿਊ ਦੇ ਵਿੱਚ ਤਾਂ ਮੂਵਮੈਂਟ ਹੀ ਜਿਹੜੀ ਹੈ ਕੀ ਕਰ ਦਿੰਦੇ ਨੇ, ਬੰਦ ਕਰ ਦਿੰਦੇ ਨੇ। ਤਾਂ ਇਹ ਥੋੜ੍ਹਾ ਜਿਹਾ ਸਵੀਅਰ ਹੋ ਜਾਂਦਾ ਮਤਲਬ ਉਸ ਤੋਂ। ਤਾਂ ਪੰਜਾਬ ਇਹ ਜੀ ਪਹਿਲੀ ਸਟੇਟ ਹੈ ਜਿਹਨੇ ਕਰਫਿਊ ਲਗਾਇਆ ਸੀ ਜਦੋਂ ਲੋਕਡਾਊਨ ਫੇਲ ਹੋ ਗਿਆ ਸੀ। ਨੈਕਸਟ ਇੱਕ ਲਾਸਟ ਨਿਊਜ਼, ਭਾਈ ਨਿਰਮਲ ਸਿੰਘ ਖਾਲਸਾ ਜੀ ਟ੍ਰਿਬਿਊਟ ਦੇ ਰਿਹਾ, ਸਟੱਡੀ IQ ਦੇ ਵੱਲੋਂ ਇਹ ਟ੍ਰਿਬਿਊਟ ਹੈ ਕਿ ਪਦਮ ਸ਼੍ਰੀ ਅਵਾਰਡੀ ਨੇ ਫਾਰਮਰ ਹਜੂਰੀ ਰਾਗੀ ਐਟ ਗੋਲਡਨ ਟੈਂਪਲ ਪਾਸਡ ਅਵੇ ਐਟ ਦੀ ਏਜ ਆਫ 62 ਇਨ ਅੰਮ੍ਰਿਤਸਰ। ਨਾਮ ਤੁਸੀਂ ਯਾਦ ਰੱਖਣਾ, ਨਿਰਮਲ ਸਿੰਘ ਖਾਲਸਾ ਜੀ ਦਾ ਰੀਸੈਂਟਲੀ ਦੇਹਾਂਤ ਹੋਇਆ। ਬਹੁਤ ਵੱਡੀ ਗੱਲ ਸੀ ਕਿ ਉਹਨਾਂ ਦਾ ਮੰਨਿਆ ਜਾਂਦਾ, ਪਹਿਲਾਂ ਇਹ ਨਿਊਜ਼ ਉਡਾਈ ਗਈ ਕਿ ਕਰੋਨਾ ਕਰਕੇ ਹੋਇਆ, ਫਿਰ ਉਹਨਾਂ ਦੇ ਪਰਿਵਾਰਕ ਮੈਂਬਰ ਕਹਿੰਦੇ ਕਿ ਨਹੀਂ ਕਰੋਨਾ ਕਰਕੇ ਨਹੀਂ ਹੋਇਆ, ਤਾਂ ਲੇਕਿਨ ਬੰਦਾ ਚਲਾ ਗਿਆ। ਪਦਮ ਸ਼੍ਰੀ ਅਵਾਰਡੀ ਨੇ ਉਹ, ਤੇ ਹਜੂਰੀ ਰਾਗੀ ਨੇ ਗੋਲਡਨ ਟੈਂਪਲ ਦੇ ਵਿੱਚ ਰਹੇ ਨੇ ਉਹ, ਤੇ ਈਵਨ ਫੋਰਨ ਕਈ ਜਗ੍ਹਾ 'ਤੇ ਜਾ ਕੇ ਉਹਨਾਂ ਨੇ ਜਿਹੜਾ ਆਪਣਾ ਰਾਗ ਜਿਹੜਾ ਉੱਥੇ ਲਾਇਆ, ਤੇ ਬਹੁਤ ਹੀ ਜ਼ਿਆਦਾ ਫੇਮਸ ਤੁਸੀਂ ਕਹਿ ਸਕਦੇ ਹੋ, ਹਜੂਰੀ ਰਾਗੀ ਨਾਲ ਸੰਬੰਧ ਰੱਖਦੇ ਸੀ। ਤਾਂ ਨਾਮ ਤੁਸੀਂ ਯਾਦ ਰੱਖੋਗੇ, ਨਿਰਮਲ ਸਿੰਘ ਖਾਲਸਾ ਜੀ। ਅੰਮ੍ਰਿਤਸਰ ਦੇ ਵਿੱਚ ਜਿਹੜਾ ਇਹਨਾਂ ਦਾ ਦੇਹਾਂਤ ਹੋ ਗਿਆ 62 ਸਾਲ ਦੀ ਉਮਰ ਦੇ ਵਿੱਚ। ਤਾਂ ਤੁਸੀਂ ਫੋਟੋ ਦੇਖ ਸਕਦੇ ਹੋ ਇਹ ਪਦਮ ਸ਼੍ਰੀ ਅਵਾਰਡ ਜਿਹੜੇ ਲੈਂਦੇ ਹੋਏ। ਤਾਂ ਤੁਸੀਂ ਯਾਦ ਰੱਖਣਾ ਇਸ ਨੂੰ। ਤਾਂ ਇਹ ਸੀ ਆਪਣੇ ਕੋਲ ਬੈਸਟ ਨਿਊਜ਼। ਇਹ ਨਿਊਜ਼ ਕੋਈ ਆਮ ਨਿਊਜ਼ ਨਹੀਂ ਸੀ, ਇਹ ਤੁਹਾਨੂੰ ਬਹੁਤ ਘੱਟ ਜਗ੍ਹਾ 'ਤੇ ਨਿਊਜ਼ ਮਿਲਣਗੀਆਂ। ਕਿਉਂਕਿ ਇਹ ਪੰਜਾਬ ਦੀ ਓਫੀਸ਼ੀਅਲ ਪ੍ਰੈਸ ਰਿਲੀਜ਼ 'ਚੋਂ, ਇਹ ਬਹੁਤ ਇੰਪੋਰਟੈਂਟ ਨਿਊਜ਼ਪੇਪਰ 'ਚੋਂ ਕਵਰ ਕੀਤੇ ਗਏ ਕੁਐਸਚਨ ਨੇ। ਤਾਂ ਇਸ ਕਰਕੇ ਤੁਸੀਂ ਇਹਨਾਂ 'ਤੇ ਰਿਲਾਈ ਕਰ ਸਕਦੇ ਹੋ, 100% ਰਿਲਾਈ ਕਰ ਸਕਦੇ ਹੋ, ਕਿਤੋਂ ਵੀ ਤੁਹਾਨੂੰ ਹੋਰ ਕਰਨ ਦੀ ਲੋੜ ਨਹੀਂ। ਜੇ ਤੁਹਾਨੂੰ ਕੋਈ ਵੀ ਡਾਊਟ ਆਉਂਦਾ ਤਾਂ ਤੁਸੀਂ ਈਮੇਲ ID 'ਤੇ ਇਸ 'ਤੇ ਭੇਜ ਸਕਦੇ ਹੋ ਆਪਣੇ ਡਾਊਟਸ। ਵਿਦਿਨ 24 ਆਵਰਸ ਤੁਹਾਡਾ ਡਾਊਟ ਸੋਲਵ ਕਰ ਦਿੱਤਾ ਜਾਏਗਾ, ਅਤੇ ਤੁਸੀਂ ਇਹ ਨੰਬਰਸ 'ਤੇ ਕੰਟੈਕਟ ਕਰ ਸਕਦੇ ਹੋ, ਤੁਹਾਨੂੰ ਕੋਈ ਵੀ ਪ੍ਰੋਬਲਮ ਇਸ ਦੇ ਵਿੱਚ ਨਹੀਂ ਆਏਗੀ। ਥੈਂਕ ਯੂ ਗਾਇਜ਼ ਫॉर watching this video and take care.